चित बंधन अनेक बार, सर्ब कला समरथ। डोलन ते राखो प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से। इतिहास इथों तक पहुंचा है कि तारा चंद ते तख्त मल सतगुरां दे दो बहुत वड्डे मसंद ने, ਜਿਹੜੇ एक संगत नूं लैके सतगुरां दे हजूर दर्शनां दे वास्ते पहुंचे। सतगुरु हरगोबिंद सच्चे पातशाह जी ने विचारिया कि शामां दा लंगर होण दे विच जे देर है, इस करके संगतां भुखियां होणगीਆਂ, इन्हां नूं कोई छकाउणा चाहीदा है। सतगुरु हरगोबिंद सच्चे पातशाह जी ने विचार करके सिखां नूं हुक्म कीता कि जाओ दमोदरी जी दे कोलों ਜਿਹੜੇ पकवान ने ना, ਜਿਹੜੇ ਉਹ ਵਿਆਹ ਦੇ ਵਾਸਤੇ ਬਣਾ ਰਹੇ ਨੇ, ਉਹ ਲੈ ਕੇ ਆਓ ਤਾਂ ਕਿ ਸੰਗਤਾਂ ਨੂੰ ਛਕਾਏ ਜਾਣ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਥਕਤ ਛੁਦਤ ਬਹੁ ਇਹ ਸਮੁਦਾਏ, हित सिखण के आनो जाए। सतगुरु हरगोबिंद सच्चे पातशाह जी ने दासां नूं हुक्म कीता कि सारे सिख थके हुए ने, इस तो इलावा ये भुखे ने, इस करके जाके पकवान तुसीं लैके आओ दमोदरी दे कोल। त्रिपत करो दी जय हित खैबे, गए दास अंतर तब लैबे। सतगुरु हरगोबिंद सच्चे पातशाह जी कहते ने कि संगत नूं ਉਹ ਜਿਹੜੇ पकवान ने ਉਹ ਖਵਾ ਕੇ ਤ੍ਰਿਪਤ ਕੀਤਾ ਜਾਵੇ, ਰਜਾਇਆ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸ ਫਿਰ ਉਹਨਾਂ ਮਠਿਆਈਆਂ ਨੂੰ, ਪਕਵਾਨਾਂ ਨੂੰ ਲੈਣ ਦੇ ਵਾਸਤੇ ਚਲੇ ਗਏ ਮਹਿਲਾਂ ਦੇ ਅੰਦਰ। ਜਹ ਦਮੋਦਰੀ ਥਿਤ ਸਾਵਧਾਨ, ਕਰਵਾਵਤ ਬਹੁ ਬਿਦ ਪਕਵਾਨ। ਜਿੱਥੇ ਦਮੋਦਰੀ ਜੀ ਬੜੀ ਸਾਵਧਾਨਤਾ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ ਸਾਰਿਆਂ ਹਲਵਾਈਆਂ ਤੋਂ ਮਾਨੋ ਕਿ ਅਨੇਕਾਂ ਪ੍ਰਕਾਰ ਦੇ ਪਕਵਾਨ ਤਿਆਰ ਕਰਵਾ ਰਹੀ ਸੀ, ਉੱਥੇ ਪਹੁੰਚ ਗਏ। ਕੋਸ਼ਟ ਅੰਤਰ ਕਰ ਕਰ ਤਰੈ, ਹਿਤ ਬਰਾਤ ਕੇ ਸੰਚਨ ਕਰੈ। ਮਠਿਆਈਆਂ ਨੂੰ ਬਣਵਾ ਕੇ ਦਮੋਦਰੀ ਜੀ ਇੱਕ ਕੋਠੇ ਦੇ ਵਿੱਚ ਧਰੀ ਜਾਂਦੇ ਸਨ। ਸੋਚਦੇ ਸੀ ਦਮੋਦਰੀ ਜੀ ਕਿ ਬਰਾਤੀਆਂ ਦੇ ਵਾਸਤੇ ਇਹ ਸਾਰਾ ਕੁਝ ਤਿਆਰ ਕਰਨਾ ਹੈ। ਸੋਤਾ ਵਿਆਹ ਮੈਂ ਪ੍ਰੀਤ ਮਹਾਨੀ, ਜਿਵੇਂ ਆਛੋ ਹੋਏ ਤਿਮ ਰੁਚ ਠਾਨੀ। ਪੁੱਤਰੀ ਦੇ ਵਿੱਚ ਬਹੁਤਾ ਜ਼ਿਆਦਾ ਪ੍ਰੀਤੀ ਹੈ ਮਹਾਨ ਦਮੋਦਰੀ ਜੀ ਦੇ, ਇਸ ਕਰਕੇ ਮਾਨੋ ਕਿ ਸੋਚਦੇ ਸਨ ਕਿ ਜਿੰਨਾ ਵੀ ਚੰਗਾ ਹੋ ਸਕੇ ਉਨਾ ਹੀ ਚੰਗਾ ਕਾਰਜ ਮੈਂ ਪੂਰਾ ਕਰਾਂ। ਤਬ ਸਿੱਖਣ ਕਰ ਜੋਰ ਅਲਾਏ, ਸੁਣੋ ਮਾਤ ਜੀ ਗੁਰੂ ਪਠਾਏ। ਜਿਹੜੇ ਸਿੱਖ ਸਤਿਗੁਰਾਂ ਨੇ ਘੱਲੇ ਸਨ, ਉਹਨਾਂ ਨੇ ਹੱਥ ਜੋੜ ਕੇ ਜਾ ਕੇ ਅਰਜ਼ ਕੀਤੀ, ਕਹਿੰਦੇ ਨੇ ਹੇ ਮਾਤਾ ਜੀ ਸੁਣੋ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਕੋਲ ਭੇਜਿਆ। ਪਛਮ ਤੇ ਸੰਗਤ ਕਛ ਆਈ, ਅਨਗਣ ਰੁਚਰ ਉਪਾਇਨ ਲਿਆਈ।
ਕਹਿੰਦੇ ਨੇ ਕਿ ਪੱਛਮ ਦੀ ਦਿਸ਼ਾ ਦੇ ਵਿੱਚੋਂ ਸੰਗਤ ਪਹੁੰਚੀ ਹੈ ਔਰ ਅਨੇਕਾਂ ਪ੍ਰਕਾਰ ਦੇ ਮਾਤਾ ਜੀ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਪਹਾਰ ਅਰਪਣ ਕੀਤੇ ਨੇ। ਦੇਗ ਬਿਖੈ ਅਬ ਨਹੀਂ ਆਹਾਰਾ, ਛੋਦਤ ਸਿੱਖ ਅਬ ਲਓ ਦਿਨ ਢਾਰਾ। ਕਹਿੰਦੇ ਨੇ ਕਿ ਦੇਗ ਹੋਣ ਦੇ ਵਿੱਚ, ਲੰਗਰ ਤਿਆਰ ਹੋਣ ਦੇ ਵਿੱਚ ਅਜੇ ਦੇਰੀ ਹੈ ਤੇ ਸਿੱਖ ਮੰਨੋ ਕਿ ਸਾਰੇ ਦੇ ਸਾਰੇ ਭੁੱਖੇ ਨੇ। ਦਿਨ ਢਾਰਾ ਤੇ ਦਿਨ ਹੁਣ ਮੰਨੋ ਕਿ ਢਲਦਾ ਜਾ ਰਿਹਾ। ਤਿੰਨ ਹਿਤ ਮੰਗਵਾਇਓ ਪਕਵਾਨ, ਕਛਕ ਤ੍ਰਿਪਤ ਹੋਏ ਕਰ ਕੈ ਖਾਨ। ਮਾਤਾ ਜੀ ਸਤਿਗੁਰਾਂ ਨੇ ਉਹਨਾਂ ਦੇ ਖਾਣ ਦੇ ਵਾਸਤੇ ਜਿਹੜੇ ਤੁਸੀਂ ਪਕਵਾਨ ਬਣਾ ਰਹੇ ਹੋ ਇਹਨਾਂ ਨੂੰ ਮੰਗਵਾਇਆ ਹੈ ਤਾਂ ਕਿ ਤੁਹਾਡੇ ਪਕਵਾਨਾਂ ਨੂੰ, ਤੁਹਾਡੀ ਮਠਿਆਈ ਨੂੰ ਛਕ ਕੇ ਮੰਨੋ ਕਿ ਥੋੜਾ ਜਿਹਾ ਉਹਨਾਂ ਨੂੰ ਆਸਰਾ ਹੋ ਜਾਵੇ। ਇੰਨੇ ਚਿਰ ਨੂੰ ਮੰਨੋ ਕਿ ਫਿਰ ਲੰਗਰ ਤਿਆਰ ਹੋ ਜਾਏਗਾ। ਪੁਨ ਸੰਧਿਆ ਹੋਏ ਦੇਗ ਆਹਾਰਾ, ਇਸ ਪ੍ਰਕਾਰ ਸਤਿਗੁਰੂ ਉਚਾਰਾ। ਮਾਤਾ ਜੀ ਸਤਿਗੁਰੂ ਜੀ ਕਹਿੰਦੇ ਨੇ ਕਿ ਇੰਨੇ ਚਿਰ ਨੂੰ ਮੰਨੋ ਕਿ ਸ਼ਾਮਾਂ ਦਾ ਜਿਹੜਾ ਪ੍ਰਸ਼ਾਦ ਪਾਣੀ ਹੈ ਉਹ ਤਿਆਰ ਹੋ ਜਾਏਗਾ, ਫਿਰ ਸੰਗਤ ਉਸ ਆਹਾਰ ਨੂੰ ਛਕ ਲਏਗੀ। ਪਰ ਜਿੰਨਾ ਚਿਰ ਤਿਆਰ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਤਿਗੁਰਾਂ ਨੇ ਆਖਿਆ ਕਿ ਇਹਨਾਂ ਨੂੰ ਮਠਿਆਈ ਛਕਣ ਦੇ ਵਾਸਤੇ ਦਿੱਤੀ ਜਾਵੇ। ਸੁਣ ਦਮੋਦਰੀ ਮਤ ਵਿੱਚ ਲਾਈ, ਸਿੱਖ ਵਿਸਾਲ ਸਦਨ ਜਨ ਮਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਿੱਖਾਂ ਨੇ ਸਤਿਗੁਰਾਂ ਵਾਲੇ ਪਾਸਿਓਂ ਇਸ ਤਰ੍ਹਾਂ ਹੁਕਮ ਸੁਣਾਇਆ, ਕਹਿੰਦੇ ਨੇ ਦਮੋਦਰੀ ਮਤ ਵਿੱਚ ਆਈ। ਮਾਨੋ ਕਿ ਦਮੋਦਰੀ ਜੀ ਦੀ ਜਿਹੜੀ ਮਤ ਸੀ ਨਾ ਉਹ ਮਾਨੋ ਕਿ ਵਿਚਲ ਗਈ। ਕਹਿੰਦੇ ਨੇ ਸਿੱਖ ਵਿਸਾਲ ਸਦਨ ਜਨਮਾਈ, ਭਾਵੇਂ ਕਿ ਸਿੱਖ ਦੇ ਘਰ ਦੇ ਵਿੱਚ ਜਨਮੀ ਹੋਈ ਸੀ, ਬੜੇ ਸਿਦਕ ਵਾਲੀ ਸੀ, ਪਰ ਤਾਂ ਵੀ ਕਹਿੰਦੇ ਨੇ ਕਿ ਉਹਨਾਂ ਦੀ ਮਤ ਵਿਚਲ ਗਈ। ਗੁਰ ਕਰ ਮੇ ਨਿਸਬਾਸ ਕਰੰਤੀ, ਸਿੱਖੀ ਮੈਂ ਮਾਇਦਕ ਲਖੰਤੀ। ਮਾਨੋ ਕਿ ਭਾਵੇਂ ਦਮੋਦਰੀ ਜੀ ਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਵਾਸਾ ਕਰਦੇ ਸਨ, ਸਿੱਖੀ ਦੀ ਮਹਿਮਾ ਨੂੰ ਮਾਨੋ ਕਿ ਬੜੇ ਚੰਗੇ ਤਰੀਕੇ ਦੇ ਨਾਲ ਜਾਣਦੇ ਸਨ, ਪਰ ਕਵੀ ਜੀ ਕਹਿੰਦੇ ਨੇ ਤਉ ਜੇ ਹੋਣ ਹਾਰ ਗਤ ਹੋਈ, ਫੇਰੀ ਮਤ ਬੋਲੀ ਬਚ ਸੋਈ। ਭਾਵੇਂ ਕਿ ਸਿੱਖ ਦੇ ਘਰ ਦੇ ਵਿੱਚ ਜਨਮੇ ਸਨ, ਸਤਿਗੁਰਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ, ਗੁਰੂ ਘਰ ਦੇ ਵਿੱਚ ਵਿਚਰਦੇ ਸਨ, ਸਿੱਖਾਂ ਦੀ ਭਲੀ ਪ੍ਰਕਾਰ ਦੀ ਮਹਿਮਾ ਨੂੰ ਵੀ ਜਾਣਦੇ ਸਨ, ਪਰ ਤਾਂ ਵੀ ਕਵੀ ਜੀ ਕਹਿੰਦੇ ਨੇ ਕਿ ਹੋਣਹਾਰ ਐਸੀ ਵਰਤੀ ਕਿ ਉਹ ਹੋਣਹਾਰ ਨੇ ਉਹਨਾਂ ਦੀ ਮੱਤ ਨੂੰ ਫੇਰ ਦਿੱਤਾ। ਦਮੋਦਰੀ ਜੀ ਨੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦੀ ਇਹ ਪਕਵਾਨ ਸ਼ਗਨ ਕੇ ਸਨੋ, ਕਰ ਕਰ ਤਿਆਰ ਰਾਖਤੀ ਕਨੋ। ਉਹਨਾਂ ਸੇਵਕਾਂ ਨੂੰ ਕਹਿੰਦੀ ਹੈ ਕਿ ਇਹ ਜਿਹੜੇ ਮੈਂ ਪਕਵਾਨ ਮਠਿਆਈਆਂ ਬਣਾ ਰਹੀ ਹਾਂ ਇਹ ਤੇ ਸ਼ਗਨਾਂ ਦੀਆਂ ਮਠਿਆਈਆਂ ਨੇ, ਔਰ ਮਾਨੋ ਕਿ ਮੈਂ ਤਿਆਰ ਕਰ ਕਰਕੇ ਰੱਖ ਰਹੀ ਹਾਂ, ਅਜੇ ਕਿਸੇ ਨੂੰ ਛਕਣ ਦੇ ਵਾਸਤੇ ਨਹੀਂ ਦਿੱਤਾ, ਤੇ ਮੈਂ ਸਿੱਖਾਂ ਦੇ ਛਕਣ ਦੇ ਵਾਸਤੇ ਪਹਿਲਾਂ ਕਿੰਜ ਕਰ ਦਿਆਂ। ਅਬ ਲੋ ਖਰਚ ਨਹੀਂ ਕਿਤ ਕਰਿਓ, ਜੋ ਹੋਵਤ ਸੋ ਅੰਤਰ ਧਰਿਓ। ਕਹਿੰਦੀ ਹੈ ਕਿ ਅਜੇ ਕਿਸੇ ਨੂੰ ਵੀ ਛਕਣ ਦੇ ਵਾਸਤੇ ਇਹ ਮਠਿਆਈ ਦਿੱਤੀ ਨਹੀਂ ਗਈ। ਜਿੰਨੀ ਵੀ ਮਠਿਆਈ ਤਿਆਰ ਹੋ ਰਹੀ ਹੈ, ਜਿੰਨੇ ਵੀ ਪਕਵਾਨ ਬਣ ਰਹੇ ਨੇ, ਇਹ ਸਾਰੇ ਦੇ ਸਾਰੇ ਇੱਕ ਕਮਰੇ ਦੇ ਵਿੱਚ ਮੈਂ ਰੱਖੀ ਜਾਨੀ। ਪ੍ਰਥਮ ਬਰਾਤੀ ਅਚਵਣ ਕਰ ਹੈ, ਤਿੰਨ ਪੀਛੇ ਕੋ ਮੁਖ ਮੈਂ ਧਰ ਹੈ। ਕਹਿੰਦੀ ਹੈ ਕਿ ਸਾਰਿਆਂ ਤੋਂ ਪਹਿਲਾਂ ਇਹਨਾਂ ਮਠਿਆਈਆਂ ਨੂੰ ਬਰਾਤੀ ਖਾਣਗੇ ਤੇ ਬਰਾਤੀਆਂ ਦੇ ਖਾਣ ਤੋਂ ਬਾਅਦ ਹੀ ਕਿਸੇ ਹੋਰ ਦੇ ਮੂੰਹ ਦੇ ਵਿੱਚ ਇਹ ਪੈਣਗੇ। ਪ੍ਰਥਮ ਨਯੋ ਚਤ ਕਿਸੂ ਕੋ ਦੇਬੇ, ਬੇਗਰਤ ਰੀਤ ਜੇ ਕੇਵਲ ਖੈ ਲੇਬੇ। ਕਹਿੰਦੀ ਹੈ ਕਿ ਜੇਕਰ ਬਰਾਤੀਆਂ ਨੂੰ ਛਕਾਉਣ ਤੋਂ ਪਹਿਲਾਂ ਇਹ ਪਦਾਰਥ ਕਿਸੇ ਹੋਰ ਨੂੰ ਛਕਾਏ ਜਾਂਦੇ ਨੇ ਤੇ ਮਾਨੋ ਕਿ ਰੀਤੀ ਵਿਗੜਦੀ ਹੈ, ਮਰਿਆਦਾ ਵਿਗੜਦੀ ਹੈ, ਇਸ ਕਰਕੇ ਮਾਨੋ ਕਿ ਕੋਈ ਵੀ ਉਸ ਤੋਂ ਪਹਿਲਾਂ ਛਕ ਨਹੀਂ ਸਕਦਾ। ਕਿਮ ਸਿੱਖਣ ਹਿਤ ਪੂਰਬ ਦੈ, ਜਬ ਲੋ ਨਹੀਂ ਬਰਾਤ ਕੁਛ ਖੈ। ਦਮੋਦਰੀ ਜੀ ਕਹਿੰਦੇ ਨੇ ਕਿ ਸਿੱਖਾਂ ਦੇ ਛਕਣ ਦੇ ਵਾਸਤੇ ਮੈਂ ਪਹਿਲਾਂ ਕਿਸ ਤਰ੍ਹਾਂ ਮਠਿਆਈਆਂ ਦੇ ਦੇਵਾਂ, ਕਿਉਂਕਿ ਜਿੰਨਾ ਚਿਰ ਬਰਾਤ ਨਹੀਂ ਖਾਂਦੀ ਉਹਨਾਂ ਚਿਰ ਤੱਕ ਮਾਨੋ ਕਿਸੇ ਨੂੰ ਦਿੱਤੀਆਂ ਜਾਣੀਆਂ ਯੋਗ ਹੀ ਨਹੀਂ।
ਸੁਣਤ ਸਿੱਖ ਛੂਛੇ ਹਟ ਆਏ, ਕਹਿ ਨ ਅਬ ਲੋ ਸ਼ਗਨ ਮਨਾਏ। ਦਮੋਦਰੀ ਜੀ ਦੇ ਬਚਨਾਂ ਨੂੰ ਸੁਣ ਕੇ ਸਿੱਖ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਪਸ ਆਏ ਨੇ। ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ। ਕਹਿੰਦੇ ਨੇ ਮਾਤਾ ਜੀ ਕਹਿੰਦੇ ਨੇ ਅਬ ਲੋ ਨਹੀਂ ਸ਼ਗਨ ਮਨਾਏ। ਮਾਤਾ ਜੀ ਕਹਿੰਦੇ ਨੇ ਅਜੇ ਤੱਕ ਸ਼ਗਨ ਨਹੀਂ ਮਨਾਏ ਗਏ, ਭਾਵ ਕਿ ਸ਼ਗਨਾਂ ਦੀ ਮਠਿਆਈ ਬਰਾਤੀਆਂ ਨੂੰ ਨਹੀਂ ਖਵਾਈ ਗਈ, ਇਸ ਕਰਕੇ ਮਠਿਆਈ ਮਿਲ ਨਹੀਂ ਸਕਦੀ। ਜਬ ਬਰਾਤੀ ਅਚਵਨ ਕਰੈ, ਪੀਛੇ ਅਪਰ ਕੋਈ ਮੁਖ ਧਰੈ। ਸੱਚੇ ਪਾਤਸ਼ਾਹ ਜੀ ਮਾਤਾ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਬਰਾਤੀ ਨਹੀਂ ਖਾਂਦੇ ਉਹਨਾਂ ਚਿਰ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਜਦੋਂ ਬਰਾਤੀ ਖਾ ਲੈਣਗੇ ਤੇ ਉਸ ਤੋਂ ਪਿੱਛੋਂ ਮੰਨੋ ਕਿ ਸਾਰਿਆਂ ਨੂੰ ਖਾਣ ਦੇ ਵਾਸਤੇ ਦਿੱਤਾ ਜਾਏਗਾ। ਬਿਗੜੈ ਰੀਤ ਹੈ ਜਗ ਜੋਏ, ਜੇ ਅਬ ਅਚੈ ਸਿੱਖ ਗਨ ਸੋਏ। ਸੱਚੇ ਪਾਤਸ਼ਾਹ ਜੀ ਮਾਤਾ ਜੀ ਕਹਿੰਦੇ ਨੇ ਕਿ ਜੇਕਰ ਬਰਾਤੀਆਂ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਪਹਿਲਾਂ ਮਠਿਆਈ ਦਿੱਤੀ ਜਾਵੇ ਤੇ ਰੀਤੀ ਵਿਗੜਦੀ ਹੈ। ਇਹ ਸ਼ਗਨਾਂ ਦੀ ਮਠਿਆਈ ਹੈ, ਇਹ ਪਹਿਲਾਂ ਬਰਾਤੀ ਖਾਣਗੇ ਫਿਰ ਹੀ ਹੋਰ ਕਿਸੇ ਨੂੰ ਦਿੱਤੀ ਜਾਵੇਗੀ। ਸੱਚੇ ਪਾਤਸ਼ਾਹ ਮਾਤਾ ਜੀ ਨੇ ਆਖਿਆ ਸਿੱਖ ਸੰਗਤ ਚੋਂ ਦਿਸ਼ ਪਰਵਾਰੇ, ਸੁਣਤ ਗੁਰੂ ਰਿਸ ਕੋ ਉਰ ਧਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਜਿਹੜੀ ਸਿੱਖ ਸੰਗਤ ਹੈ ਉਹ ਮਾਨੋ ਕਿ ਸਤਿਗੁਰਾਂ ਦੇ ਪਰਿਵਾਰ ਦੇ ਵਾਂਗ ਉਹਨਾਂ ਦੇ ਆਲੇ ਦੁਆਲੇ ਬੈਠੀ ਸੀ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਕ੍ਰੋਧ ਆਇਆ, ਗੁੱਸਾ ਕੀਤਾ। ਆय ਸਮੇਟਣ ਕਰੀ ਹਮਾਰੀ, ਚਹਿਤ ਬਰਾਤ ਅਚਾਉ ਯਹਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਦਮੋਦਰੀ ਨੇ ਮੇਰੇ ਹੁਕਮ ਨੂੰ ਮੋੜਿਆ ਹੈ, ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਕਹਿੰਦੀ ਹੈ ਕਿ ਸੰਗਤ ਤੋਂ ਪਹਿਲਾਂ ਮੈਂ ਬਰਾਤੀਆਂ ਨੂੰ ਮਠਿਆਈ ਖਵਾਵਾਂਗੀ। ਸਿੱਖ ਸਦਾ ਮੋ ਕੋ ਅਤ ਪਿਆਰੇ, ਨਿਸ ਦਿਨ ਜਿਨ ਕੋ ਹਿਰਦੈ ਸੰਭਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖ ਹਮੇਸ਼ਾ ਹੀ ਮੈਨੂੰ ਅਤੀ ਪਿਆਰੇ ਨੇ, ਮੈਨੂੰ ਬਹੁਤੇ ਪਿਆਰੇ ਨੇ। ਨਿਸ ਦਿਨ ਰਾਤ ਦਿਨ ਜਿਹੜੇ ਸਿੱਖ ਮੈਨੂੰ ਯਾਦ ਕਰਦੇ ਨੇ, ਉਸੇ ਤਰੀਕੇ ਦੇ ਨਾਲ ਮੈਂ ਵੀ ਉਹਨਾਂ ਨੂੰ ਯਾਦ ਕਰਦਾ ਹਾਂ ਔਰ ਮੈਂ ਵੀ ਉਹਨਾਂ ਨੂੰ ਜ਼ਿਆਦਾ ਪਿਆਰ ਕਰਦਾ। ਜਿਵੇਂ ਉਪਬਣ ਮੈਂ ਤਰਵਰ ਖਰੇ, ਸਭਨ ਸੰਭਾਲਣ ਮਾਲੀ ਕਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੰਨੋ ਕਿ ਇੱਕ ਬਾਗ ਹੁੰਦਾ ਹੈ, ਬਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਲੱਗੇ ਹੁੰਦੇ ਨੇ ਤੇ ਮੰਨੋ ਕਿ ਜਿਹੜਾ ਮਾਲੀ ਹੈ ਨਾ, ਉਹਨਾਂ ਸਾਰਿਆਂ ਬੂਟਿਆਂ ਦੀ ਚੰਗੇ ਤਰੀਕੇ ਦੇ ਨਾਲ ਸੰਭਾਲ ਕਰਦਾ ਹੈ। ਪਾਰਤ ਹੈ ਕਰ ਪ੍ਰੇਮ ਕਨੇਰਾ, ਤਿਮ ਸੰਗਤ ਉਪਬਨ ਹੈ ਮੇਰਾ। ਮਾਨੋ ਕਿ ਮਾਲੀ ਹਰ ਇੱਕ ਤਰੀਕੇ ਦੇ ਨਾਲ ਬਗੀਚੇ ਦੀ ਚੰਗੇ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦਾ ਹੈ, ਪ੍ਰੇਮ ਦੇ ਨਾਲ ਬੂਟਿਆਂ ਨੂੰ ਪਾਣੀ ਦਿੰਦਾ ਹੈ, ਉਹਨਾਂ ਨੂੰ ਪਾਲਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਸਿੱਖ ਸੰਗਤ ਹੈ ਨਾ, ਉਹ ਮਾਨੋ ਕਿ ਮੇਰੇ ਵਾਸਤੇ ਇੱਕ ਸੁੰਦਰ ਬਗੀਚਾ ਹੈ ਔਰ ਮੈਂ ਇਸ ਸੁੰਦਰ ਬਗੀਚੇ ਨੂੰ ਪਾਲਣ ਦੇ ਵਾਸਤੇ ਮਾਲੀ ਵਰਗਾ। ਜਿਹ ਠਾਂ ਹੋਇਓ ਅਮੰਗਲ ਚਾਹਤ, ਪੁਨ ਕਾਰਜ ਮੈਂ ਬਿਗਨ ਮਾਹਤ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਅਮੰਗਲ ਬੇਰਸੀ ਹੁੰਦੀ ਹੋਵੇ, ਮਾਨੋ ਕਿ ਕਾਰਜ ਪੂਰਨ ਹੋਣ ਦੇ ਵਿੱਚ ਜਿੱਥੇ ਮਾਨੋ ਕਿ ਵਿਘਨ ਪੈਦਾ ਹੋਣਾ ਹੋਵੇ। ਕਰਤ ਅਨਾਦਰ ਤਹ ਸਿੱਖ ਕੇਰਾ, ਤਿਹ ਕੇ ਸੰਗ ਹੋਤ ਹੈ ਮੇਰਾ। ਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਮਾਨੋ ਕਿ ਵਿਘਨ ਹੋਵੇ ਸੰਗਤਾਂ ਦੇ ਵਾਸਤੇ, ਸੰਗਤਾਂ ਨੂੰ ਖੁਸ਼ੀ ਨਾ ਮਿਲੇ, ਅਨਾਦਰ ਕੀਤਾ ਜਾਵੇ ਸਿੱਖਾਂ ਦਾ, ਤਿਹ ਕੇ ਸੰਗ ਹੋਤ ਹੈ ਮੇਰਾ। ਮਾਨੋ ਕਿ ਜੇਕਰ ਸਿੱਖਾਂ ਦਾ ਅਨਾਦਰ ਹੁੰਦਾ ਹੈ, ਜੇਕਰ ਸਿੱਖਾਂ ਦਾ ਅਪਮਾਨ ਹੁੰਦਾ ਹੈ ਤੇ ਸਿੱਖਾਂ ਦੇ ਨਾਲ ਨਾਲ ਗੁਰੂ ਜੀ ਕਹਿੰਦੇ ਨੇ ਮੇਰਾ ਵੀ ਅਪਮਾਨ ਹੋ ਜਾਂਦਾ ਹੈ, ਮੇਰਾ ਵੀ ਅਨਾਦਰ ਹੋ ਜਾਂਦਾ ਹੈ। ਕਿਉਂ ਸੁਖ ਪ੍ਰਾਪਤ ਹੋਵੇ ਤਿਨ ਕੋ, ਗਿਰਿਓ ਹਿਰਦੈ ਤੇ ਨਿਸ਼ਚਾ ਜਿਨ ਕੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦਾ ਨਿਸ਼ਚਾ ਹਿਰਦੇ ਦੇ ਵਿੱਚੋਂ ਹਿੱਲ ਜਾਵੇ, ਜਿਨ੍ਹਾਂ ਦਾ ਨਿਸ਼ਚਾ ਨਾ ਹੋਵੇ, ਗੁਰੂ ਜੀ ਕਹਿੰਦੇ ਨੇ ਕਿਉਂ ਸੁਖ ਪ੍ਰਾਪਤ ਹੋਵੇ ਤਿਨ ਕੋ, ਉਹਨਾਂ ਨੂੰ ਕਿਸ ਤਰ੍ਹਾਂ ਸੁਖ ਦੀ ਪ੍ਰਾਪਤੀ ਹੋ ਸਕਦੀ।
प्रिय मेरे सिख जह चल जावे, भोजन आदक आदर पावे। सतगुरु जी कहते ने कि मेरे प्यारे सिख जिथे भी चले जाते ने उथे मानो कि हर एक तरीके दे नाल उन्हां नूं आदर मिलता है, उन्हां नूं सत्कार मिलता है, उन्हां नूं भोजन छकाया जाता है। कहते ने तहां बिघन गण होत विनाशा, पूर्ण करै तिनों की आसा। ਜਿਹੜੇ ਸਿੱਖਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਦੇ ਨਾਲ ਪ੍ਰੇਮ ਕਰਕੇ ਪ੍ਰਸ਼ਾਦ ਪਾਣੀ ਛਕਾਉਂਦੇ ਨੇ, ਉਹਨਾਂ ਮਨੁੱਖਾਂ ਦੇ ਮਨ ਨੂੰ ਸਤਿਗੁਰੂ ਜੀ ਕਹਿੰਦੇ ਨੇ ਅਨੇਕਾਂ ਜਿਹੜੇ ਵਿਘਨ ਹੁੰਦੇ ਨੇ ਨਾ ਉਹ ਨਾਸ ਹੋ ਜਾਂਦੇ ਨੇ। ਸਿੱਖਾਂ ਦੀ ਸੇਵਾ ਕਰਨ ਦੇ ਕਰਕੇ ਪੂਰਨ ਕਰੈ ਤਿਨੋਂ ਕੀ ਆਸਾ, ਮਾਨੋ ਕਿ ਸਿੱਖ ਸੰਗਤ ਉਹਨਾਂ ਦੀ ਆਸ਼ਾ ਨੂੰ ਪੂਰਨ ਕਰ ਦਿੰਦੀ ਹੈ ਜਿਹੜੇ ਸੇਵਾ ਕਰਦੇ ਨੇ। ਜੇ ਕਰ ਗੁਰ ਕਰ ਕੋ ਪਕਵਾਨ, ਨਹੀਂ ਉਚਿਤ ਸਿੱਖਣ ਕੇ ਖਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਘਰ ਦੇ ਵਿੱਚ ਬਣੇ ਹੋਏ ਪਕਵਾਨ ਮਾਨੋ ਕਿ ਸਿੱਖਾਂ ਦੇ ਖਾਣ ਦੇ ਵਾਸਤੇ ਲਾਇਕ ਨਹੀਂ ਹਨ, ਜੇਕਰ ਸਿੱਖਾਂ ਦੇ ਯੋਗ ਨਹੀਂ ਹਨ, ਤਾਂ ਸਤਿਗੁਰੂ ਜੀ ਕਹਿੰਦੇ ਨੇ ਤਉ ਮਲੇਸ਼ ਕੇ ਜੋਗ ਪਛਾਨੋ, ਬਲ ਤੇ ਕਰੈ ਆਣ ਕਰ ਖਾਨੋ। ਗੁਰੂ ਜੀ ਕਹਿੰਦੇ ਨੇ ਜੇ ਸਿੱਖ ਸੰਗਤ ਪਕਵਾਨ ਨਹੀਂ ਛਕ ਸਕਦੀ ਤੇ ਫਿਰ ਮਾਨੋ ਕਿ ਇਹਨਾਂ ਪਕਵਾਨਾਂ ਨੂੰ ਜਿਹੜੇ ਮਲੇਸ਼ ਤੁਰਕ ਨੇ ਉਹੀ ਗੱਫੇ ਲਾਉਣਗੇ, ਆਪਣੇ ਬਲ ਦੇ ਨਾਲ ਜ਼ੋਰ ਦੇ ਨਾਲ ਉਹ ਮਾਨੋ ਕਿ ਖਾ ਲੈਣਗੇ, ਜਿਹਦੇ ਅੱਗੇ ਕਿਸੇ ਦੀ ਤਾਕਤ ਚੱਲੇਗੀ ਨਹੀਂ। ਹੋਏ ਅਮੰਗਲ ਬਿਗਨ ਪਰੇ ਹੈ, ਨੀਕੋ ਕਾਜ ਨ ਪੂਰਨ ਹੋਏ ਹੈ। ਸਤਿਗੁਰਾਂ ਨੇ ਸਹਿਜ ਸੁਭਾਈ ਬਚਨ ਕਰ ਦਿੱਤਾ, ਜੇ ਸਿੱਖ ਨਹੀਂ ਖਾ ਸਕਦੇ ਪਕਵਾਨਾਂ ਨੂੰ ਤੇ ਬਰਾਤੀ ਵੀ ਨਹੀਂ ਛਕਣਗੇ। ਗੁਰੂ ਜੀ ਕਹਿੰਦੇ ਨੇ ਮਲੇਸ਼ ਹੀ ਗੱਫੇ ਲਾਉਣਗੇ ਇਹਨਾਂ ਮਠਿਆਈਆਂ ਨੂੰ। ਕਹਿੰਦੇ ਨੇ ਹੋਏ ਅਮੰਗਲ, ਮੰਗਲ ਕਿਹਾ ਜਾਂਦਾ ਹੈ ਖੁਸ਼ੀ ਨੂੰ, ਜੇਕਰ ਐੜਾ ਮੁਕਤਾ ਅੱਗੇ ਲਾ ਦਈਏ ਅਮੰਗਲ ਹੋ ਜਾਂਦਾ ਹੈ, ਭਾਵ ਕਿ ਖੁਸ਼ੀ ਦਾ ਵਿਰੋਧੀ ਸ਼ਬਦ। ਕਹਿੰਦੇ ਨੇ ਖੁਸ਼ੀ ਨਹੀਂ ਹੋਵੇਗੀ, ਵਿਗਣ ਪਰੇ ਹੈ, ਵੱਡੇ ਵਿਗਣ ਪੈਦਾ ਹੋਣਗੇ। ਨੀਕੋ ਕਾਜ ਨਾ ਪੂਰਨ ਹੋਇਆ ਹੈ, ਜਿਹੜਾ ਬੀਬੀ ਵੀਰੋ ਦਾ ਸੋਹਣਾ ਕਾਰਜ ਹੋਣ ਵਾਲਾ ਹੈ ਨਾ ਉਹ ਹੋ ਨਹੀਂ ਸਕੇਗਾ, ਜੋ ਦਮੋਦਰੀ ਜੀ ਚਾਹੁੰਦੇ ਨੇ ਉਂਝ ਨਹੀਂ ਹੋਵੇਗਾ। ਸੁਣ ਗੁਰ ਸਰਾਪ ਦਿਓ ਘਰ ਆਪੇ, ਸਰਬ ਸਿੱਖ ਤਵ ਥਰ ਥਰ ਕਾਪੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਦੇ ਵਾਸਤੇ ਹੀ ਸਰਾਪ ਕਹਿ ਦਿੱਤਾ। ਸਾਰਿਆਂ ਸਿੱਖਾਂ ਨੇ ਜਦੋਂ ਸਤਿਗੁਰਾਂ ਦੇ ਬਚਨ ਨੂੰ ਸੁਣਿਆ ਤੇ ਬਹੁਤ ਹੀ ਜ਼ਿਆਦਾ ਥਰ ਥਰ ਕੰਬੇ। क्रोधत बदन देख गुर केरा, नहीं को बोल सक्यो तिस बेरा। सतगुरां दा मानो कि क्रोध वाला चेहरा देख के कोई भी सतगुरु सच्चे पातशाह जी दे सामने उस वेले बोल ना सके। मुख नीचे कर टिग थिर सारे, बड़ो बिगन पारिद बेचारे। ਸਾਰਿਆਂ ਨੇ ਮਾਨੋ ਕਿ ਨੀਵੀਆਂ ਪਾਲੀਆਂ ਨੇ ਤੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਵਿਚਾਰ ਚੱਲਦਾ ਹੈ ਵੱਡੋ ਵਿਗਨ ਪਾ, ਬਹੁਤ ਹੀ ਵੱਡਾ ਵਿਗਨ ਪਵੇਗਾ, ਕਿਉਂਕਿ ਸਤਿਗੁਰਾਂ ਨੇ ਇਹ ਬਚਨ ਕਹਿ ਦਿੱਤਾ ਹੈ। ਤੇ ਛਿਨ ਇੱਕ ਆਇਓ ਹਲਵਾਈ, ਲਿਆਈ ਰਜਤ ਪਣ ਪੰਚ ਮਿਠਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਉੱਥੇ ਇੱਕ ਹਲਵਾਈ ਚੱਲ ਕੇ ਆ ਗਿਆ, ਲਿਆਏ ਰਜਤ ਪਣ ਪੰਜ ਮਿਠਾਈ। ਤੇ ਮਾਨੋ ਕਿ ਹਲਵਾਈ 5 ਰੁਪਈਆਂ ਦੀ ਜਿਹੜੀ ਮਠਿਆਈ ਹੈ ਨਾ ਉਹ ਲੈ ਕੇ ਆਏ। ਹਾਥ ਜੋਰ ਸੋ ਭਇਓ ਖਰੋਵਾ, ਸ੍ਰੀ ਗੁਰ ਜੀ ਮਮ ਕਾਰਜ ਹੋਵਾ। ਹੱਥ ਜੋੜ ਕੇ ਉਸ ਹਲਵਾਈ ਨੇ ਆਣ ਕੇ ਅਰਜ਼ ਕੀਤੀ ਕਿ हे ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਪੂਰਨ ਕਿਰਪਾ ਦੇ ਨਾਲ ਮੇਰਾ ਜਿਹੜਾ ਕੋਈ ਕੰਮ ਵਿਗੜਿਆ ਸੀ ਨਾ ਉਹ ਸੱਚੇ ਪਾਤਸ਼ਾਹ ਸੌਰ ਗਏ। ਕਰੀ ਹੁਤੀ ਮੈਂ ਸੁਖ ਤੁਮਾਰੀ, ਆਸ ਪੂਰੀ ਤੇ ਲਿਆਏ ਅਗਾਰੀ। ਸੱਚੇ ਪਾਤਸ਼ਾਹ ਮੈਂ 5 ਰੁਪਈਆਂ ਦੀ ਮਠਿਆਈ ਤੁਹਾਡੇ ਚਰਨਾਂ ਦੇ ਵਿੱਚ ਸੁਖਣਾ ਸੁਖੀ ਸੀ ਕਿ ਜੇ ਮੇਰੀ ਆਸ ਪੂਰੀ ਹੋ ਜਾਵੇਗੀ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ 5 ਰੁਪਈਆਂ ਦੀ ਮਠਿਆਈ ਅਰਪਣ ਕਰਾਂਗਾ। ਸੱਚੇ ਪਾਤਸ਼ਾਹ ਸੁਖਣਾ ਪੂਰੀ ਹੋ ਗਈ ਹੈ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹ ਹੁਣ 5 ਰੁਪਈਆਂ ਦੀ ਮਠਿਆਈ ਲਿਆ ਕੇ ਅਰਪਣ ਕੀਤੀ। ਬਿਕਸੇ ਕੁਛ ਸਤਿਗੁਰੂ ਬਖਾਨੇ,
ਦੇਹੋ ਸਿੱਖ ਸੰਗਤ ਕੋਏ ਖਾਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਿੱਖ ਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਹੁਕਮ ਕੀਤਾ ਕਿ ਇਹ ਜਿਹੜੀ ਮਠਿਆਈ ਲਿਆਂਦੀ ਹੋਈ ਆ ਨਾ, ਇਹ ਸੰਗਤਾਂ ਦੇ ਵਿੱਚ ਵਰਤਾ ਦਿੱਤੀ ਜਾਵੇ, ਇਹਨਾਂ ਨੂੰ ਖਾਣ ਦੇ ਵਾਸਤੇ ਦਿੱਤੀ ਜਾਵੇ। ਹੁਣ ਹੋ ਸਕਦਾ ਹੈ ਕਿ 5 ਰੁਪਏ ਉਸ ਸਮੇਂ ਦੇ ਬੜੀ ਕੀਮਤ ਦੇ ਸਨ, ਬਹੁਤੀ ਸਾਰੀ ਮਠਿਆਈ ਆ ਗਈ ਹੋਵੇ। ਇਸ ਤੋਂ ਇਲਾਵਾ ਇਹ ਵੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਤਿਗੁਰਾਂ ਨੇ ਆਖਿਆ ਸੀ ਥੋੜੀ ਬਹੁਤੀ ਮਠਿਆਈ ਦਿੱਤੀ ਜਾਵੇ ਤਾਂ ਕਿ ਥੋੜਾ ਜਿਹਾ ਹੌਸਲਾ ਹੋ ਜਾਵੇ, ਉਦੋਂ ਬਾਅਦ ਤੇ ਪ੍ਰਸ਼ਾਦ ਪਾਣੀ ਤਿਆਰ ਹੋ ਹੀ ਜਾਣਾ। ਸਤਿਗੁਰਾਂ ਨੇ ਆਖਿਆ ਕਿ ਸਾਰੀ ਦੀ ਸਾਰੀ ਮਠਿਆਈ ਸੰਗਤਾਂ ਨੂੰ ਛਕਣ ਦੇ ਵਾਸਤੇ ਦਿੱਤੀ ਜਾਵੇ। ਬਾਕ ਮਾਨ ਸਿੱਖਣ ਸੋਲੀਨ ਸਭ ਵਰਤਾਏ ਅਚਵਨੋ ਕੀਨ। ਵਚਨ ਮੰਨ ਕੇ ਸਿੱਖਾਂ ਨੇ ਮਾਨੋ ਕਿ ਸੰਗਤ ਦੇ ਵਿੱਚ ਸਾਰੀ ਦੀ ਸਾਰੀ ਮਠਿਆਈ ਵਰਤਾ ਦਿੱਤੀ। ਹੋਤੇ ਛੁਦਤ ਲੈ ਕੁਛ ਤੇ ਪਤਾਏ ਤੇਰੇ ਸਰਬ ਹੀ ਨਿਜ ਨਿਜ ਥਾਏ। ਮਾਨੋ ਕਿ ਸੰਗਤ ਭੁੱਖੀ ਸੀ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਖਾ ਕੇ ਥੋੜਾ ਤ੍ਰਿਪਤ ਹੋਏ ਨੇ, ਥੋੜਾ ਮਾਨੋ ਕਿ ਹੌਸਲਾ ਹੋਇਆ ਹੈ। ਤੇਰੇ ਸਰਬ ਹੀ ਨਿਜ ਨਿਜ ਥਾਏ, ਆਪੋ ਆਪਣੀ ਜਗ੍ਹਾ ਦੇ ਉੱਤੇ ਸਾਰਿਆਂ ਨੇ ਡੇਰਾ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਸੁਣ ਸਤ ਗੁਰ ਕੇ ਸਰਾਪ ਕੋ ਸਕਲ ਰਹੇ ਬਿਸਮਾਏ। ਸੁਧ ਦਮੋਦਰੀ ਟਿਗ ਗਈ ਬਹੁਤ ਬੈਠ ਪਛੋਤਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਰਾਪ ਨੂੰ ਸੁਣ ਕੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ, ਬੜੇ ਦੁਖੀ ਹੋਏ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਦਮੋਦਰੀ ਜੀ ਦੇ ਕੋਲ ਜਦੋਂ ਇਸ ਤਰ੍ਹਾਂ ਦੀ ਖਬਰ ਪਹੁੰਚੀ ਤੇ ਦਮੋਦਰੀ ਜੀ ਮਾਨੋ ਕਿ ਕਰ ਚੁੱਕੇ ਵਾਕ ਤੋਂ ਬਹੁਤ ਹੀ ਜ਼ਿਆਦਾ ਪਛਤਾਵਾ ਕਰਦੇ ਨੇ। ਬੜਾ ਦੁਖੀ ਹੋਏ ਦਮੋਦਰੀ ਜੀ ਜਦੋਂ ਸਤਿਗੁਰਾਂ ਦੇ ਸਰਾਪ ਦਾ ਪਤਾ ਲੱਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇੰਜ ਬਿਆਨ ਕਰਦੇ ਨੇ। ਇਧਰ ਮਾਤਾ ਦਮੋਦਰੀ ਕਾਜ ਰਚਿਆ ਚੀਜ਼ਾਂ ਵਸਤਾਂ ਤਿਆਰ ਕਰਾਮ ਦੀਏ। ਕਈ ਰੰਗ ਮਠਿਆਈਆਂ ਹਲਵਾਈਆਂ ਪਾਸੋਂ ਮਾਤਾ ਜੰਝ ਦੇ ਲਈ ਕਢਵਾਮ ਦੀਏ। ਉਨੀ ਦਿਨ ਹੀ ਪੱਛਮ ਦੇਸ ਵੱਲੋਂ ਦਿਨ ਢਲ ਗਿਆ ਸੰਗਤ ਆਮ ਦੀਏ। ਸਤਿਗੁਰਾਂ ਦਾ ਆਏ ਦੀਦਾਰ ਕਰਦੀ ਮੇਵੇ ਨਕਦੀ ਘੋੜੇ ਚੜਾਮ ਦੀਏ। ਭੁੱਖੀ ਸੰਗਤ ਤੇ ਲੰਗਰ ਬੰਦ ਹੋਇਆ ਹੋਣੀ ਹੋ ਰਿਹਾ ਖੇਡ ਹਿਲਾਮ ਦੀਏ। ਗੁਰਾਂ ਮੰਗ ਕੱਲੀ ਮਠਿਆਈ ਘਰੋਂ ਮਾਤਾ ਆਗਿਆ ਤਾਈ ਪਰਤਾਮ ਦੀਏ। ਪਹਿਲਾਂ ਜੰਝ ਨੂੰ ਦੇ ਪਿੱਛੋਂ ਹੋਰ ਨਾ ਨੂੰ ਦਿੱਤੀ ਜਾਏਗੀ ਆਖ ਸੁਨਾਮ ਦੀਏ। 2-3 ਵਾਰੀ ਮੋੜ ਘੇੜ ਕੀਤੀ ਭਾਵੀ ਵਰਤ ਕੇ ਮਤ ਪਰਮਾਮ ਦੀਏ। ਹੁਣ ਇਸ ਮਠਿਆਈ ਨੂੰ ਤੁਰਕ ਖਾਵਣ, ਹੁਣ ਇਸ ਮਠਿਆਈ ਨੂੰ ਤੁਰਕ ਖਾਵਣ ਬਚਨ ਗੁਰਾਂ ਦੇ ਮੁਖੋਂ ਕਢਾਮ ਦੀਏ। ਹੋ ਗਿਆ ਸਰਾਪ ਕਰਤਾਰ ਸਿੰਘਾ ਮਾਤਾ ਸੁਣ ਕੇ ਬੜੀ ਪਛਤਾਮ ਦੀਏ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦਾ ਇੰਜ ਸਰਾਪ ਹੋ ਗਿਆ ਤੇ ਮਾਤਾ ਦਮੋਦਰੀ ਜੀ ਬਹੁਤ ਹੀ ਜ਼ਿਆਦਾ ਹੁਣ ਪਛਤਾਵਾ ਕਰਦੇ ਨੇ, ਪਰ ਹੁਣ ਹੋ ਕੀ ਸਕਦਾ ਸੀ। ਸੰਕਟ ਪਾਏ ਬਿਸੂਰਤ ਪਾਰੀ ਕੀਨ ਮਹਾ ਮੈਂ ਨਹੀਂ ਵਿਚਾਰੀ। ਦਮੋਦਰੀ ਜੀ ਬਹੁਤ ਹੀ ਜ਼ਿਆਦਾ ਦੁਖੀ ਹੋਏ, ਸੰਕਟਾਂ ਨੂੰ ਪਾਇਆ, ਬੜਾ ਝੁਰਦੇ ਨੇ। ਕੀਨ ਕਹਾ ਮੈਂ ਨਹੀਂ ਵਿਚਾਰੀ, ਪਛਤਾਵਾ ਕਰਦੇ ਨੇ ਇਹ ਮੈਂ ਕੀ ਕਰ ਦਿੱਤਾ, ਮਾਨੋ ਕਿ ਸਤਿਗੁਰਾਂ ਦੇ ਹੁਕਮ ਨੂੰ ਉਲਟਾ ਦਿੱਤਾ, ਮੈਂ ਵਿਚਾਰ ਕਿਉਂ ਨਹੀਂ ਕੀਤੀ। ਪਤੀ ਕੀ ਆਇਸ ਮੋਰ ਮਿਟਾਈ ਨਹੀਂ ਆਛੋ ਕਿਸ ਕੇ ਮਨ ਭਾਈ। ਪਤੀ ਦੇ ਹੁਕਮ ਨੂੰ ਮੋੜਿਆ ਹੈ, ਉਹਨਾਂ ਦੇ ਹੁਕਮ ਨੂੰ ਉਲਟਾਇਆ ਹੈ, ਮਾਨੋ ਕਿ ਇਹ ਜਿਹੜੀ ਗੱਲ ਹੈ ਨਾ ਮੈਂ ਬਹੁਤ ਹੀ ਮਾੜੀ ਕੀਤੀ ਹੈ, ਚੰਗੀ ਗੱਲ ਨਹੀਂ ਕੀਤੀ। ਕਿਉਂਕਿ ਕਰਤਾਰ ਸਿੰਘ ਜੀ ਕਲਾਸ ਵਾਲੇ ਵੀ ਇਹ ਗੱਲ ਲਿਖਦੇ ਨੇ ਕਿ ਭਾਵੀ ਵਰਤ ਗਈ, ਇਸ ਕਰਕੇ ਮਾਤਾ ਜੀ ਨੇ ਇਸ ਤਰ੍ਹਾਂ ਦੀ ਨਾ ਕਰ ਦਿੱਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਗੱਲ ਲਿਖੀ ਹੈ ਕਿ ਮਾਤਾ ਜੀ ਚੰਗੇ ਤਰੀਕੇ ਦੇ ਨਾਲ ਸਿੱਖਾਂ ਦੀ ਮਹਾਨਤਾ ਨੂੰ ਜਾਣਦੇ ਸਨ, ਗੁਰੂ ਦੇ ਹੁਕਮ ਨੂੰ ਵੀ ਜਾਣਦੇ ਸਨ,
ਪਰ ਤਾਂ ਵੀ ਭਾਵੀ ਨੇ ਉਹਨਾਂ ਦੀ ਮੱਤ ਨੂੰ ਵਿਚਲਾ ਦਿੱਤਾ। ਇਸ ਕਰਕੇ ਇੰਜ ਹੋ ਗਿਆ। ਭਾਈ ਨਿਸਾ ਗੁਰ ਮਹਿਲੀ ਗਏ, ਬਾਰ ਪਰਿਆੰਕ ਪਰ ਬੈਠਤ ਪਏ। ਜਦੋਂ ਰਾਤ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਿਲਾਂ ਦੇ ਵਿੱਚ ਗਏ, ਬਾਰ ਪਰਿਆੰਕ ਪਰ ਬੈਠਤ ਪਏ। ਸੁੰਦਰ ਜਿਹੜਾ ਸਤਿਗੁਰਾਂ ਦੇ ਵਿਰਾਜਣ ਦੇ ਵਾਸਤੇ ਪਲੰਗ ਸੀ, ਉਹਦੇ ਤੇ ਆਣ ਕੇ ਸਤਿਗੁਰੂ ਜੀ ਬਹਿ ਗਏ। ਚੱਲ ਦਮੋਦਰੀ ਤਿਸ ਛਿਨ ਆਈ, ਗੁਰ ਕੇ ਸਾਪ ਅਦਕ ਡਰ ਪਾਈ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਦਮੋਦਰੀ ਜੀ ਪਹੁੰਚੇ ਨੇ। ਸਤਿਗੁਰਾਂ ਨੇ ਜਿਹੜਾ ਸ਼ਰਾਪ ਦਿੱਤਾ ਹੋਇਆ ਸੀ ਨਾ, ਉਹਦੇ ਤੋਂ ਬਹੁਤ ਹੀ ਜ਼ਿਆਦਾ ਡਰੇ ਹੋਏ ਸੀ। ਮੁਝੇ ਕਲ ਕੀ ਸੁਤਾ ਨ ਕੋਈ, ਰਾਵਰ ਤੇ ਹੀ ਉਤਪਤ ਹੋਈ। ਹੱਥ ਜੋੜ ਕੇ ਦਮੋਦਰੀ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਸ਼ਰਾਪ ਦੇ ਦਿੱਤਾ ਆਪਣੀ ਧੀ ਦੇ ਵਿਆਹ ਦੇ ਵਿੱਚ ਵਿਘਨ ਪੈਦਾ ਹੋਣ ਦਾ। ਕਹਿੰਦੀ ਹੈ ਸੱਚੇ ਪਾਤਸ਼ਾਹ ਮੁਝੇ ਅਕਲ ਕੀ ਸੁਤਾ ਨਾ ਕੋਈ, ਬੀਬੀ ਵੀਰੋ ਮਾਨੋ ਕਿ ਇਕੱਲੀ ਮੇਰੀ ਤੇ ਪੁੱਤਰੀ ਨਹੀਂ ਹੈ। ਸੱਚੇ ਪਾਤਸ਼ਾਹ ਤੁਸੀਂ ਵੀ ਤੇ ਉਹਦੇ ਪਿਤਾ ਹੋ। ਜਿਸ ਕੇ ਵਿਆਹ ਬਿਖੈ ਦਿਆ ਸਰਾਪ, ਚਾਹੇ ਹੋਇਆ ਮੰਗਲ ਕਰਬੇ ਆਪ। ਮਾਨੋ ਕਿ ਉਹਦੇ ਵਿਆਹ ਦੇ ਵਿੱਚ ਵਿਘਨ ਪੈਦਾ ਹੋਣ ਦਾ ਸਰਾਪ ਦੇ ਦਿੱਤਾ। ਸੱਚੇ ਪਾਤਸ਼ਾਹ ਬਹੁਤ ਹੀ ਜ਼ਿਆਦਾ ਅਮੰਗਲ ਵਾਲੀ ਗੱਲ ਹੈ, ਕੋਈ ਖੁਸ਼ੀ ਦੀ ਗੱਲ ਨਹੀਂ ਹੈ। ਸੱਚੇ ਪਾਤਸ਼ਾਹ ਇੰਜ ਕਿਉਂ ਕੀਤਾ? ਅਪਰ ਸ਼ਕਤ ਕਿਸ ਮੇ ਨਹੀਂ ਜੋ ਮੋਰੇ, ਜਾਨੀ ਪਰ ਆਪ ਦਾ ਕੋਰ। ਕਹਿੰਦੇ ਆ ਕਿ ਹੋਰ ਕਿਸੇ ਦੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਹੈ, ਇੰਨੀ ਸ਼ਕਤੀ ਨਹੀਂ ਹੈ ਮਾਨੋ ਤੁਹਾਡੇ ਸ਼ਰਾਪ ਨੂੰ ਕੋਈ ਟਾਲ ਸਕੇ। ਜਾਨੀ ਪਰ ਆਪ ਦਾ ਕੋਰੇ, ਇਹ ਗੱਲ ਤੇ ਮਾਨੋ ਕਿ ਚੰਗੇ ਤਰੀਕੇ ਦੇ ਨਾਲ ਪਤਾ ਲੱਗਦੀ ਹੈ ਕਿ ਕਰੜੀ ਵੱਡੀ ਵਿਪਤਾ ਪਵੇ। ਕਰੋ ਕਿਰਪਾ ਫੇਰੋ ਨਿਜ ਬੈਨ, ਨਾਹਿ ਤਾਂ ਉਜਰ ਹੋਵੇ ਐਨ। ਹੋਰ ਕਿਸੇ ਦੇ ਵਿੱਚ ਸਮਰੱਥਾ ਨਹੀਂ ਕਿ ਤੁਹਾਡੇ ਸ਼ਰਾਪ ਨੂੰ ਟਾਲ ਸਕੇ। ਸੱਚੇ ਪਾਤਸ਼ਾਹ ਤੁਸੀਂ ਆਪਣੇ ਦਿੱਤੇ ਹੋਏ ਸ਼ਰਾਪ ਨੂੰ ਆਪ ਮੇਟ ਸਕਦੇ ਹੋ, ਆਪ ਖਤਮ ਕਰ ਸਕਦੇ ਹੋ। ਕਿਰਪਾ ਕਰਕੇ ਆਪਣੇ ਬਚਨਾਂ ਨੂੰ ਵਾਪਸ ਲੈ ਲਓ। ਸੱਚੇ ਪਾਤਸ਼ਾਹ ਜੇ ਇੰਜ ਨਾ ਹੋਇਆ ਤਾਂ ਉਜਰ ਹੋਵੇ ਐਨ। ਸੱਚੇ ਪਾਤਸ਼ਾਹ ਘਰ ਉਜੜ ਜਾਏਗਾ ਜੇ ਇੰਜ ਹੋਇਆ। ਦੋਹੇ ਤਾਂ ਪ੍ਰਿਆ ਕੁਸ਼ਲ ਸੋ ਰਹਿ, ਮਹਾ ਬਿਗਣ ਕਰ ਪਰ ਬੋਚ ਹੈ। ਸੱਚੇ ਪਾਤਸ਼ਾਹ ਮੈਂ ਚਾਹੁੰਦੀ ਹਾਂ ਕਿ ਸਾਡੀ ਧੀ ਪਿਆਰੀ ਕੁਸ਼ਲ ਦੇ ਨਾਲ ਖੁਸ਼ੀ ਦੇ ਨਾਲ ਆਪਣੇ ਘਰ ਜਾਵੇ, ਪਰ ਸੱਚੇ ਪਾਤਸ਼ਾਹ ਤੁਹਾਡਾ ਸ਼ਰਾਪ ਇੰਜ ਨਹੀਂ ਚਾਹੁੰਦਾ। ਮਹਾ ਬਿਗਣ ਕਰ ਪਰ ਬੋਚ ਹੈ, ਤੁਹਾਡਾ ਸ਼ਰਾਪ ਤੇ ਮਾਨੋ ਕਿ ਵੱਡੇ ਵਿਗਣ ਇਸ ਘਰ ਦੇ ਵਿੱਚ ਪਾਉਣਾ ਚਾਹੁੰਦਾ। ਰਹਿ ਬਰਾਤੀ ਕੁਸ਼ਲ ਸਮੇਤ, ਸੁਖ ਸੋ ਪਹੁੰਚੈ ਬੌਰ ਨਕੇਤ। ਸੱਚੇ ਪਾਤਸ਼ਾਹ ਤੁਸੀਂ ਤੁਰਕਾਂ ਦੀ ਗੱਲ ਕੀਤੀ ਹੈ ਕਿ ਤੁਰਕ ਗੱਫੇ ਲਾਉਣਗੇ, ਇਸ ਕਰਕੇ ਮਾਨੋ ਕਿ ਤੁਰਕ ਫੌਜ ਦੀ ਚੜ੍ਹਾਈ ਹੋਵੇਗੀ। ਮੈਂ ਚਾਹੁੰਦੀ ਹਾਂ ਕਿ ਸਾਰੇ ਦੇ ਸਾਰੇ ਜਿਹੜੇ ਬਰਾਤੀ ਹੈ ਨਾ, ਉਹ ਸੁਖ ਸਾਂਦ ਦੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਜਾਣ। ਭਾਈ ਦੀਨ ਪਿਖ ਆਤਰ ਪਾਰੀ, ਸ੍ਰੀ ਹਰਿ ਗੋਬਿੰਦ ਗਿਰਾ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਦੀਨ ਹੋ ਕੇ, ਬੜੀ ਆਤਰ ਹੋ ਕੇ, ਵਿਆਕਲ ਹੋ ਕੇ ਦਮੋਦਰੀ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ। ਕਹਿੰਦੇ ਨੇ ਬਿਗਣ ਮੂਲ ਮਤ ਤੈ ਔਰ ਧਾਰਾ, ਕਿਉਂ ਨਾ ਕਰਤੇ ਅਬ ਅੰਗੀਕਾਰਾ। ਸਤਿਗੁਰੂ ਜੀ ਕਹਿੰਦੇ ਨੇ ਦਮੋਦਰੀ ਵਿਗਣ ਨੂੰ ਤੂੰ ਆਪ ਪੈਦਾ ਕੀਤਾ, ਮਾਨੋ ਕਿ ਵਿਗਣਾ ਦਾ ਮੂਲ ਤੇ ਤੂੰ ਆਪ ਬਣੀ, ਤੇ ਹੁਣ ਜੇਕਰ ਵਿਗਣ ਪੈਣ ਵਾਲੇ ਨੇ ਤੇ ਵਿਗਣਾ ਨੂੰ ਤੂੰ ਕਬੂਲ ਕਿਉਂ ਨਹੀਂ ਕਰਦੀ, ਤੂੰ ਮੰਨਦੀ ਕਿਉਂ ਨਹੀਂ ਇਸ ਗੱਲ। ਗੁਰ ਕੇ ਸਿੱਖ ਲਖੇ ਅਸ ਖੋਟੇ, ਉਚਿਤ ਨ ਭੋਜਨ ਕੋ ਕਹਿ ਹੋਟੇ। ਸਤਿਗੁਰੂ ਜੀ ਕਹਿੰਦੇ ਨੇ ਦਮੋਦਰੀ ਤੂੰ ਕੀ ਸਮਝਿਆ? ਗੁਰੂ ਦੇ ਸਿੱਖਾਂ ਨੂੰ ਮਾਨੋ ਕਿ ਖੋਟੇ ਸਮਝਿਆ, ਔਰ ਉਹਨਾਂ ਦੇ ਛਕਣ ਦੇ ਵਾਸਤੇ ਮਠਿਆਈ ਯੋਗ ਨਹੀਂ ਸਮਝੀ, ਤੇ ਬਰਾਤੀਆਂ ਦੇ ਵਾਸਤੇ ਯੋਗ ਸਮਝੀ, ਤੂੰ ਨਾ ਕਰ ਦਿੱਤੀ। ਇਸ ਤਰ੍ਹਾਂ ਤਾਂ ਹੋਇਆ। ਕਹਿੰਦੇ ਨੇ ਹੋਣ ਹਾਰ ਤਬ ਹਿਰਦੈ ਬਸਾਈ, ਕਰ ਔਗਣ ਕੋ ਪੁਨ ਪਛਤਾਈ। ਗੁਰੂ ਜੀ ਕਹਿੰਦੇ ਨੇ ਹੋਣਹਾਰ ਵਰਤ ਗਈ ਹੈ, ਤੇਰੇ ਹਿਰਦੇ ਦੇ ਵਿੱਚ ਉਹ ਵਸ ਗਈ, ਤਾਂ ਤੂੰ ਇਸ ਤਰ੍ਹਾਂ ਦੀ ਗੱਲ ਕੀਤੀ। ਤੇ ਮਾਨੋ ਕਿ ਸਿੱਖਾਂ ਦੇ ਵਾਸਤੇ ਮਠਿਆਈ ਨਹੀਂ ਕੱਲੀ
ਤੇ ਮੈਂ ਵੀ ਬਚਨ ਕਹਿ ਦਿੱਤਾ। ਕਹਿੰਦੇ ਨੇ ਹੁਣ ਇਹ ਜਿਹੜਾ ਬਚਨ ਹੈ ਨਾ ਇਹ ਵਾਪਸ ਨਹੀਂ ਹੋਵੇਗਾ। ਕਹਿੰਦੇ ਨੇ ਕਾਰੇ ਔਗਣ ਕੋ ਪੁੰਨ ਪਛਤਾਈ, ਪਰ ਇੱਕ ਗੱਲ ਜ਼ਰੂਰ ਹੈ ਕਿ ਔਗਣ ਕੀਤਾ ਹੈ ਤੂੰ, ਗੁਨਾਹ ਕੀਤਾ ਹੈ, ਪਰ ਫਿਰ ਉਸ ਦਾ ਪਛਤਾਵਾ ਕੀਤਾ। ਕੁਛ ਆਛੋ ਫਲ ਜਾਣਿਓ ਜਾਏ, ਨਰਗਨ ਮੈਂ ਕੁਸ਼ਲੀ ਬਨ ਆਏ। ਕਿਉਂਕਿ ਵਿਦਵਾਨ ਸੱਜਣ ਮੰਨਦੇ ਨੇ ਕਿ ਜੇਕਰ ਗਲਤੀ ਕਰ ਲਈ ਜਾਵੇ ਤੇ ਜੇਕਰ ਉਹਦਾ ਪਛਤਾਵਾ ਕਰੀਏ ਤੇ ਮੰਨੋ ਕਿ ਗਲਤੀ ਦੇ ਵਿੱਚ ਥੋੜਾ ਸੁਧਾਰ ਹੋ ਜਾਂਦਾ ਹੈ, ਮੰਨੋ ਕਿ ਗੁਨਾਹ ਦੇ ਵਾਸਤੇ ਰਿਆਇਤ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਨੇ ਤੂੰ ਪਛਤਾਵਾ ਵੱਡਾ ਕੀਤਾ ਹੈ, ਇਸ ਕਰਕੇ ਇਹਨਾਂ ਤੇ ਹੋ ਸਕਦਾ ਹੈ ਕਿ ਜਿਹੜੇ ਬਰਾਤੀ ਆਉਣਗੇ ਜਾਂ ਜਿਹੜੇ ਮਨੁੱਖ ਨੇ ਉਹਨਾਂ ਦੀ ਮੰਨੋ ਕਿ ਸਰੀਰ ਦੀ ਸੁੱਖ ਸਾਂਦ ਹੋ ਜਾਏਗੀ, ਪਰ ਗੁਰੂ ਜੀ ਕਹਿੰਦੇ ਨੇ ਜਿਹੜਾ ਬਚਨ ਹੋਇਆ ਹੈ ਨਾ ਉਹ ਤੇ ਨਹੀਂ ਮਿਟਣਾ, ਇੰਜ ਤੇ ਹੋਣਾ ਹੀ ਹੋਣਾ ਹੈ, ਪਰ ਇੰਨੀ ਰਿਆਇਤ ਇਸ ਕਰਕੇ ਹੋ ਜਾਏਗੀ ਕਿਉਂਕਿ ਤੂੰ ਪਛਤਾਵਾ ਕੀਤਾ ਹੈ। ਕਹਿੰਦੇ ਨੇ ਨਰਗਣ ਮੈਂ ਕੁਚਲੀ ਬਨ ਆਏ, ਕਹਿਣ ਤੋਂ ਭਾਵ ਹੈ ਕਿ ਸੁੱਖ ਵਰਤੇਗੀ, ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਬਚਾਅ ਹੋ ਜਾਏਗਾ। ਅਪਰ ਬਿਗਨ ਸੋ ਹਟੈ ਨ ਕੈਸੇ, ਭਇਓ ਬਾਕ ਹੋਇਓ ਚਹਿ ਤੈਸੇ। ਪਰ ਦਮੋਦਰੀ ਹੋਰ ਜਿਹੜਾ ਵਿਗਨ ਪੈਣਾ ਹੈ ਨਾ ਉਹ ਤੇ ਪੈ ਕੇ ਰਹਿਣਾ, ਉਹ ਕਿਸੇ ਵੀ ਤਰੀਕੇ ਦੇ ਨਾਲ ਹਟ ਨਹੀਂ ਸਕਦਾ। ਜਿਹੜਾ ਵਾਕ ਹੋ ਗਿਆ ਹੈ ਨਾ ਉਸੇ ਤਰੀਕੇ ਦੇ ਨਾਲ ਉਹ ਸਫਲ ਹੋ ਕੇ ਰਹੇਗਾ, ਕਿਉਂਕਿ ਜੇਕਰ ਇੱਕ ਕਮਾਨ ਦੇ ਵਿੱਚੋਂ ਤੀਰ ਨੂੰ ਜ਼ੋਰ ਦੇ ਨਾਲ ਚਲਾ ਦਿੱਤਾ ਜਾਵੇ ਤੇ ਮੰਨੋ ਕਿ ਉਹ ਕਮਾਨ ਦੇ ਵਿੱਚ ਵਾਪਸ ਕਦੇ ਨਹੀਂ ਪਰਤਦਾ। ਇਸ ਤਰ੍ਹਾਂ ਦਾ ਗੁਰੂ ਜੀ ਕਹਿੰਦੇ ਨੇ ਬਚਨ ਹੁੰਦਾ। ਕੁਛ ਦਮੋਦਰੀ ਹਰਖਤ ਹੋਈ, ਨਰਗਨ ਵਿਖੈ ਕੁਚਲ ਰਹਿ ਜੋਈ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਮਾਤਾ ਦਮੋਦਰੀ ਜੀ ਚੁੱਪ ਕਰ ਗਏ ਨੇ। ਮਨ ਦੇ ਵਿੱਚ ਥੋੜਾ ਜਿਹਾ ਧੀਰਜ ਵੱਜਾ ਹੈ ਕਿ ਚਲੋ ਥੋੜਾ ਜਿਹਾ ਫਾਇਦਾ ਹੋ ਜਾਏਗਾ। ਨਰਗਨ ਵਿਖੈ ਕੁਸ਼ਲ ਰਹਿ ਜੋਈ, ਕਿ ਮਨੁੱਖਾਂ ਦੀ ਜ਼ਿੰਦਗੀ ਬਚ ਜਾਏਗੀ, ਉਹਨਾਂ ਦੀ ਸੁੱਖ ਸਾਂਦ ਰਹੇਗੀ। ਸੁਖ ਸੋ ਜਾਏ ਬਰਾਤੀ ਘਰ ਕੋ, ਤਉ ਡਰਤੇ ਔਰ ਲਾਗਤ ਧਰ ਕੋ। ਮਾਨੋ ਕਿ ਸੋਚਦੇ ਨੇ ਦਮੋਦਰੀ ਜੀ ਕਿ ਬਰਾਤੀ ਸੁਖ ਦੇ ਨਾਲ ਆਪਣੇ ਘਰ ਦੇ ਵਿੱਚ ਵਾਪਸ ਪਰਤ ਜਾਣਗੇ, ਪਰ ਤਾਂ ਵੀ ਮਾਨੋ ਕਿ ਹਿਰਦਾ ਬਹੁਤ ਹੀ ਜ਼ਿਆਦਾ ਡਰਦਾ ਹੈ। ਮੁਖ ਕੋਮਲਾਏ ਸ਼ੰਕਤ ਹੋਈ, ਦਹਨ ਬਿਲੋਚਨ ਫਰਕਤ ਜੋਈ। ਦਮੋਦਰੀ ਜੀ ਦਾ ਚਿਹਰਾ ਮੁਰਝਾ ਗਿਆ ਹੈ, ਬੜਿਆਂ ਸੰਸਿਆਂ ਦੇ ਵਿੱਚ ਡੁੱਬ ਗਏ ਨੇ। ਦਹਨ ਬਿਲੋਚਨ ਫਰਕਤ ਜੋਈ, ਤੇ ਮਾਨੋ ਕਿ ਦਮੋਦਰੀ ਜੀ ਦੀ ਸੱਜੀ ਅੱਖ ਜਿਹੜੀ ਹੈ ਨਾ ਉਹ ਫਰਕਣੀ ਸ਼ੁਰੂ ਹੋ ਗਈ ਹੈ। ਇਹ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਜੇਕਰ ਔਰਤ ਦੀ ਸੱਜੀ ਅੱਖ ਫਰਕੇ। ਦਾਰਨ ਕਾਕ ਸ਼ਬਦ ਕੋ ਕਰੈ, ਗ੍ਰਿਦਨ ਸਹਿਤ ਭ੍ਰਮਤ ਕਰ ਫਿਰੈ। ਹੁਣ ਜਿਹੜੇ ਸ਼ਗਨ ਮੰਨੇ ਜਾਂਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਅਪਸ਼ਗਨ ਮੰਨੇ ਜਾਂਦੇ ਨੇ ਉਹਨਾਂ ਦੇ ਵੱਲ ਕਵੀ ਜੀ ਇਸ਼ਾਰਾ ਕਰਦੇ ਨੇ ਕਿ ਖੱਬੀ ਅੱਖ ਦੀ ਜਗ੍ਹਾ ਦੇ ਉੱਤੇ ਸੱਜੀ ਅੱਖ ਫਰਕੀ ਹੈ। ਜੇਕਰ ਖੱਬੀ ਅੱਖ ਔਰਤ ਦੀ ਫਰਕੇ ਤੇ ਚੰਗਾ ਮੰਨਿਆ ਜਾਂਦਾ ਹੈ, ਜੇਕਰ ਸੱਜੀ ਫਰਕੇ ਤੇ ਮਾੜਾ ਮੰਨਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਮਨੁੱਖ ਦੀ ਜੇਕਰ ਸੱਜੀ ਅੱਖ ਫਰਕੇ ਤੇ ਚੰਗਾ ਮੰਨਿਆ ਜਾਂਦਾ ਹੈ, ਜੇ ਖੱਬੀ ਅੱਖ ਫਰਕੇ ਤੇ ਮਾੜਾ ਮੰਨਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਸੱਜੀ ਅੱਖ ਫਰਕੀ ਹੈ ਦਮੋਦਰੀ ਜੀ ਦੀ। ਇਸ ਤੋਂ ਇਲਾਵਾ ਮਾਨੋ ਕਿ ਕਾਂ ਬਹੁਤ ਹੀ ਜ਼ੋਰ ਜ਼ੋਰ ਦੇ ਨਾਲ ਬਨੇਰੇ ਤੇ ਆਣ ਕੇ ਬੋਲਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਗਿਰਜਾਂ ਨੇ, ਜਿਹੜੀਆਂ ਇੱਲਾਂ ਨੇ, ਉਹ ਵੀ ਉੱਚੇ ਆਕਾਸ਼ ਦੇ ਵਿੱਚ ਘਰ ਦੇ ਉੱਤੇ ਉੱਤੇ ਪਾਉਂਦੀਆਂ ਨੇ। ਮਹਾ ਉਦਾਸ ਦਿਵਸ ਦਿਖ ਅੰਤੇ, ਮਹਾ ਅਮੰਗਲ ਨਿਮਤ ਦਰਸੰਤੇ। ਬਹੁਤ ਉਦਾਸ ਹੋ ਗਏ ਨੇ ਦਮੋਦਰੀ ਜੀ, ਮਾਨੋ ਕਿ ਕੋਈ ਵੀ ਖੁਸ਼ੀ ਰਹਿ ਨਹੀਂ ਗਈ। ਸਾਰੇ ਦੇ ਸਾਰੇ ਜਿੰਨੇ ਵੀ ਕਾਰਜ ਨੇ ਉਹ ਅਮੰਗਲਮਈ ਦਿਸਦੇ ਨੇ, ਖੁਸ਼ੀ ਤੋਂ ਰਹਿਤ ਜਾਪਦੇ ਨੇ। ਇਸੇ ਤਰੀਕੇ ਦੇ ਨਾਲ ਮਾਨੋ ਕਿ ਸਾਰਾ ਵਾਤਾਵਰਣ ਬਣ ਗਿਆ। ਸਿਮਰਤ ਸਾਸੂ ਕੋ ਤੇ ਸਮੈ, ਤਿਸ ਕੇ ਅਛਤ ਫਿਕਰ ਨਹੀਂ ਹਮੈ। ਉਦਾਸ ਹੋ ਕੇ ਮਾਤਾ ਦਮੋਦਰੀ ਜੀ ਮਾਨੋ ਕਿ ਗੰਗਾ ਜੀ ਨੂੰ ਆਪਣੀ ਸੱਸ ਮਾਤਾ ਨੂੰ ਯਾਦ ਕਰਦੇ ਨੇ। ਤਿਸ ਕੇ ਅਛਤ ਫਿਕਰ ਨਹੀਂ ਹਮੈ। ਸੋਚਦੀ ਹੈ ਦਮੋਦਰੀ ਕਿ ਮਾਨੋ ਜਿੰਨਾ ਚਿਰ ਮਾਤਾ ਗੰਗਾ ਜੀ ਜਿਉਂਦੇ ਸਨ ਉਹਨਾਂ ਦੇ ਸਰੀਰ ਦੇ ਹੁੰਦਿਆਂ ਸਾਨੂੰ ਕੋਈ ਵੀ ਫਿਕਰ ਨਹੀਂ ਸੀ। ਜਿਸ ਕੇ ਜੀਵਤ ਰਹੇ ਸੁਖਾਰੇ, ਨਿਜ ਦੁਖ ਕਿਸੇ ਕੇ ਨਿਕਟ ਉਚਾਰੇ। ਮਾਤਾ ਗੰਗਾ ਜੀ ਦੇ ਜਿਉਂਦਿਆਂ ਹਮੇਸ਼ਾ ਸੁਖ ਰਹੇ ਨੇ, ਸਾਰਾ ਪਰਿਵਾਰ ਅਸੀਂ ਸੁਖ ਦੇ ਨਾਲ ਰਹੇ ਹਾਂ। ਨਿਜ ਦੁੱਖ ਕਿਸ ਕੇ ਨਿਕਟ ਉਚਾਰੈ। ਹੁਣ ਮੈਂ ਦੁਖੀ ਹਾਂ, ਸਤਿਗੁਰੂ ਜੀ ਨੇ ਵੀ ਨਾ ਕਰ ਦਿੱਤੀ ਹੈ, ਮੈਂ ਹੁਣ ਆਪਣਾ ਦੁੱਖ ਕਿਹਦੇ ਅੱਗੇ ਰੋਵਾਂ।
होए होती जे मुझ ते बुरी, सुन कर जग गुर छिमा न करी। ਦਮੋਦਰੀ ਜੀ ਸੋਚਦੇ ਨੇ ਜੇਕਰ ਮੈਂ ਮਾੜਾ ਕਹਿ ਚੁੱਕੀ ਸੀ, ਮੇਰੇ ਤੋਂ ਬੁਰੀ ਗੱਲ ਹੋ ਗਈ ਸੀ, ਤੇ ਚਾਹੀਦਾ ਸੀ ਸਤਿਗੁਰਾਂ ਨੂੰ ਕਿ ਮਾਨੋ ਕਿ ਮਾਫ ਕਰ ਦਿੰਦੇ, ਬਚਨ ਨੂੰ ਵਾਪਸ ਕਰ ਲੈਂਦੇ, ਪਰ ਸੁਣ ਕਰ ਜਗ ਗੁਰ ਛਿਮਾ ਨਾ ਕਰੇ। ਪਰ ਮੈਨੂੰ ਜਗਤ ਦੇ ਗੁਰੂ ਨੇ ਮਾਫ ਨਹੀਂ ਕੀਤਾ, ਖਿਮਾ ਨਹੀਂ ਕੀਤਾ। ਇੰਜ ਹੋ ਸਕਦਾ ਸੀ ਕਿ ਜੇਕਰ ਮਾਤਾ ਗੰਗਾ ਜੀ ਜਿਉਂਦੇ ਹੁੰਦੇ, ਮੈਂ ਅਰਜ ਕਰਦੀ ਤੇ ਮਾਤਾ ਗੰਗਾ ਜੀ ਸਤਿਗੁਰਾਂ ਨੂੰ ਕਹਿ ਕੇ ਮਾਨੋ ਕਿ ਸ਼ਰਾਪ ਵਾਪਸ ਦਿਵਾ ਦਿੰਦੇ, ਪਰ ਇੰਜ ਨਹੀਂ ਹੋਇਆ। किम बीतेगी ब्याह मजारे, बुरे शगन सब जान निहारे। सोचते ने दमोदरी जी कि किस तरह विआह दे विच वापरेगा, जिन्ने भी हो रहे ने वो अपशगन हो रहे ने, कोई शगना की गल ही नहीं हो रही। नहीं संबंधी मेल बुलायो, बहुर क्रोप कै सराप लायो। दमोदरी जी सोचते ने पहला ते ही मानो कि बेशगनी सी कि संबंधियों ਨੂੰ ਬੁਲਾਇਆ ਹੀ ਨਹੀਂ, ਮੇਲ ਨੂੰ ਆਉਣ ਦਾ ਵਿਆਹ ਦੇ ਵਿੱਚ ਸੱਦਾ ਹੀ ਨਹੀਂ ਦਿੱਤਾ। ਇਹੀ ਮੰਨੋ ਕਿ ਖੁਸ਼ੀਆਂ ਦਾ ਮੂਲ ਨਹੀਂ ਸੀ, ਇਹੀ ਮੰਨੋ ਕਿ ਅਮੰਗਲ ਵਾਲੀ ਗੱਲ ਸੀ। ਤੇ ਦੂਸਰਾ ਉਤੋਂ ਦੋਹਰ ਲੱਗ ਗਈ ਹੈ, ਬਹੁਰ ਗੁਰੂ ਕੋ ਸਰਾਪ ਲਾਇਓ, ਤੇ ਉਲਟਾ ਸਤਿਗੁਰਾਂ ਨੇ ਸਰਾਪ ਦੇ ਦਿੱਤਾ। ਇਤਿਆਦਕ ਬਹੁਰ ਦਾ ਵਿਚਾਰਤ, ਔਰ ਦਮੋਦਰੀ ਚਿੰਤਾ ਆਰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਮੋਦਰੀ ਜੀ ਮਾਨੋ ਕਿ ਚਿੰਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਆਤਰ ਨੇ, ਚਿੰਤਾ ਦੇ ਵਿੱਚ ਵਿਆਕਲ ਹੋਏ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੋਚਾਂ ਸੋਚਦੇ ਨੇ। ਗੁਰ ਘਰ ਕੋ ਕਿਮ ਭਾ ਬਿਰਤਾਂਤ, ਰਚਿਓ ਵਿਆਹ ਕਰ ਤਿਆਰੀ ਦਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਘਰ ਦਾ ਕੀ ਬਿਰਤਾਂਤ ਵਾਪਰਿਆ ਉਹ ਮੈਂ ਤੁਹਾਨੂੰ ਸੁਣਾਇਆ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਵਿਆਹ ਰਚਿਆ ਗਿਆ ਤੇ ਦਾਜ ਦਮੋਦਰੀ ਜੀ ਨੇ ਬਣਾਇਆ ਉਹ ਵੀ ਦੱਸਿਆ। ਕਹਿੰਦੇ ਨੇ ਅਬ ਸੁਣੀਏ ਜਿਮ ਪਰਿਓ ਬਿਗਾਰਾ, ਭਇਓ ਜੁੱਧ ਬਹੁ ਪਟਨ ਸੰਘਾਰਾ। ਕਵੀ ਜੀ ਲਿਖਦੇ ਨੇ ਹੁਣ ਸੁਣੀਏ ਜਿਮ ਪਰਿਓ ਬਿਗਾਰਾ। ਹੁਣ ਸਰੋਤਾ ਜਨੋ, ਇਹ ਸੁਣ ਵਾਲਿਓ, ਤੁਸੀਂ ਉਹ ਕਥਾ ਸੁਣੋ ਕਿ ਵਿਗਾੜ ਕਿਸ ਤਰ੍ਹਾਂ ਪੈਦਾ ਹੋਇਆ। ਯੁੱਧ ਬਹੁ ਪਟਨ ਸੰਘਾਰ, ਮਾਨੋ ਕਿ ਸੂਰਮੇ ਨਾਸ਼ ਕਰਨ ਵਾਲਾ ਜਿਹੜਾ ਯੁੱਧ ਲੜਿਆ ਗਿਆ ਉਹਦੀ ਭੂਮਿਕਾ ਕੀ ਸੀ, ਉਹਦਾ ਮੁੱਢ ਕੀ ਸੀ। लवपुर शाह जहां की आबासा, अनगन चमू धरी चहू पासा। कवि जी लिखते ने कि लाहौर शहर दे विच बादशाह शाहजहां ने अपना वासा किया, अणगिणत मानो के फौज नूं अपने कोल इकत्तर किया। पैदल बृंद करे बहु डेरे, तिम है के असवार कनेरे। ਬਾਦਸ਼ਾਹ ਦੇ ਕੋਲ ਮਾਨੋ ਕਿ ਬਹੁਤ ਹੀ ਸਾਰੀ ਪੈਦਲ ਸੈਨਾ ਸੀ। ਇਸ ਤੋਂ ਇਲਾਵਾ ਮਾਨੋ ਕਿ ਘੋੜਿਆਂ ਦੀ ਸਵਾਰੀ ਕਰਨ ਵਾਲੀ ਬਹੁਤ ਸਾਰੀ ਹੋਰ ਵੀ ਫੌਜ ਸੀ। ਗਣ ਮਤੰਗ ਚਿੰਗਾਰਤ ਖਰੇ, ਕੰਚਨ ਰਜਤ ਝੂਲ ਪਰਵਰੇ। ਇਸ ਤੋਂ ਇਲਾਵਾ ਮਾਨੋ ਕਿ ਕੋਈ ਸ਼ੁਮਾਰ ਨਹੀਂ ਸੀ, ਬੇਸ਼ੁਮਾਰ ਹੀ ਮਾਨੋ ਕਿ ਫੌਜ ਦੇ ਵਿੱਚ ਹਾਥੀ ਸ਼ਾਮਲ ਸਨ ਜਿਹੜੇ ਕਿ ਉੱਚੀ ਉੱਚੀ ਚਿੰਗਾਰਦੇ ਸਨ। ਕੰਚਨ ਰਜਤ ਝੂਲ ਪਰਵਰੇ, ਮਾਨੋ ਕਿ ਸੋਨੇ ਚਾਂਦੀ ਦੇ ਝੁੱਲਾਂ ਦੇ ਨਾਲ ਉਹ ਹਾਥੀ ਢਕੇ ਹੋਏ ਸਨ। ਚਾਹੂ ਦਿਸ਼ਨ ਕੋ ਧਨ ਗਣ ਆਵੇ, ਦੰਡ ਪਰੇ ਸਗਰੇ ਡਰ ਪਾਵੇਂ। ਚਾਰੇ ਦਿਸ਼ਾਵਾਂ ਦੇ ਵਿੱਚੋਂ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਅਣਗਿਣਤ ਹੀ ਧਨ ਪਹੁੰਚਦਾ ਸੀ। ਮਾਨੋ ਕਿ ਛੋਟੇ ਮੋਟੇ ਜਿਹੜੇ ਰਜਵਾੜੇ ਸਨ ਉਹ ਡੰਡ ਆਣ ਕੇ ਭਰਦੇ ਸਨ ਔਰ ਸਾਰੇ ਡਰਦੇ ਸਨ। ਅਵਨੀ ਤਲ ਮੈਂ ਅਸ ਨਹੀਂ ਕੋਈ, ਲੋਹਾ ਲੇਹ ਸਮਖ ਹੋਏ ਜੋਈ। ਮਾਨੋ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਐਸਾ ਕੋਈ ਵੀ ਨਹੀਂ ਸੀ ਜਿਹੜਾ ਮਾਨੋ ਕਿ ਬਾਦਸ਼ਾਹ ਦੇ ਨਾਲ ਲੋਹਾ ਲਵੇ। ਕਹਿਣ ਤੋਂ ਭਾਵ ਹੈ ਕਿ ਤਲਵਾਰ ਚੁੱਕ ਕੇ ਜੰਗ ਲੜੇ, ਐਸੀ ਸਮਰੱਥਾ ਕਿਸੇ ਦੇ ਵਿੱਚ ਨਹੀਂ ਸੀ। ਚੱਕਰਵਰਤੀ ਜਿਮ ਪ੍ਰਥਮ ਮਹਾਨੇ, ਅਬ ਕਲ ਮੈਂ ਇਹ ਤਿਨੋਂ ਸਮਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਯੁੱਗਾਂ ਦੇ ਵਿੱਚ ਜਿਸ ਤਰ੍ਹਾਂ ਦੇ ਵੱਡੇ ਵੱਡੇ ਚੱਕਰਵਰਤੀ ਰਾਜੇ ਹੁੰਦੇ ਸਨ, ਉਹਨਾਂ ਦੇ ਵਰਗਾ ਸ਼ਾਹਜਹਾਂ ਸੀ। ਇਸ ਕਲਯੁਗ ਦੇ ਸਮੇਂ ਦੇ ਵਿੱਚ ਮਾਨੋ ਕਿ ਹਿੰਦੁਸਤਾਨ ਦੇ ਵਿੱਚ ਉਹਦੀ ਬਰਾਬਰੀ ਦਾ ਕੋਈ ਨਹੀਂ ਸੀ। 10,000 ਤੋਪਾਂ ਜਿਹੇ ਸੰਗ, ਛੋਟਾ ਸ਼ਕਤ ਜਿਨ ਦੇ ਗਿਰ ਭੰਗ। ਕਿਸ ਤਰ੍ਹਾਂ ਦੀ ਤਾਕਤ ਸੀ ਸ਼ਾਹਜਹਾਂ ਦੀ, ਕਿੰਨੀ ਵੱਡੀ ਉਹਦੀ ਫੌਜ ਸੀ, ਉਸ ਦਾ ਹਵਾਲਾ ਦੇ ਰਹੇ ਨੇ ਕਵੀ ਜੀ
ਕਹਿੰਦੇ ਨੇ ਕਿ 10,000 ਵੱਡੀਆਂ ਤੋਪਾਂ ਉਹਦੀ ਫੌਜ ਦੇ ਵਿੱਚ ਸ਼ਾਮਲ ਸਨ। ਜਦੋਂ ਉਹ ਤੋਪਾਂ ਚਲਾਈਆਂ ਜਾਂਦੀਆਂ ਸਨ, ਸ਼ਕਤ ਜਿਨ ਦੇ ਗਿਰਭੰਗ, ਮਾਨੋ ਕਿ ਤੋਪਾਂ ਦੇ ਗੋਲਿਆਂ ਦੇ ਵਿੱਚ ਇੰਨੀ ਸ਼ਕਤੀ ਸੀ, ਇੰਨੀ ਸਮਰੱਥਾ ਸੀ ਕਿ ਮਾਨੋ ਵੱਡੇ ਪਹਾੜਾਂ ਨੂੰ ਉਹ ਤੋੜ ਸਕਦੀਆਂ ਸੀ। ਹਰੇ ਦੁਰ ਗਏ ਬਪਰੇ ਕਹਾਂ, ਥਰ ਹਰ ਧਰ ਕਉ ਪਾਵਤ ਮਹਾ। ਕਵੀ ਜੀ ਲਿਖਦੇ ਨੇ ਕਿ ਛੋਟੇ ਮੋਟੇ ਕਿਲੇ ਉਹਨਾਂ ਤੋਪਾਂ ਦੇ ਗੋਲਿਆਂ ਦੇ ਅੱਗੇ ਵਿਚਾਰੇ ਕਿੱਥੇ ਠਹਿਰ ਸਕਦੇ ਨੇ। ਮਾਨੋ ਕਿ ਜੇਕਰ ਉਹ ਚੱਲਣ ਤੇ ਥਰ ਥਰ ਕਰਕੇ ਮਾਨੋ ਕਿ ਧਰਤੀ ਵੀ ਕੰਬੇ। ਅਰਦਲਾ ਚ ਰਹਿ ਤਿਆਰ ਜਮੂਰੇ, ਰਣ ਮੈਂ ਰਿਪਣ ਪਰਵਾਰ ਦੂਰੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ 1.5 ਲੱਖ, ਕਹਿਣ ਤੋਂ ਭਾਵ ਹੈ ਕਿ 50,000 ਛੋਟੀਆਂ ਤੋਪਾਂ ਸਨ ਜਿਨ੍ਹਾਂ ਨੂੰ ਜਮੂਰੇ ਆਖਿਆ ਜਾਂਦਾ ਹੈ, ਜਿਹੜੇ ਮਾਨੋ ਕਿ ਵੈਰੀਆਂ ਦੇ ਸਾਹਮਣੇ ਦੂਰੋਂ ਹੀ ਪ੍ਰਹਾਰੇ ਜਾਂਦੇ ਨੇ ਗੋਲੇ ਛੋਟੀਆਂ ਤੋਪਾਂ ਦੇ। ਬੜ ਸਮਾਜ ਸੋ ਉਤਰਿਓ ਸ਼ਾਹੂ, ਸੇਵੈ ਸਭ ਛਿਤ ਕੇ ਨਰ ਨਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਵੱਡੇ ਸਮਾਜ ਦੇ ਨਾਲ, ਵੱਡੇ ਉਤਸ਼ਾਹ ਦੇ ਨਾਲ, ਵੱਡੀ ਫੌਜ ਦੇ ਨਾਲ ਮਾਨੋ ਕਿ ਜਿਹੜਾ ਨਰ ਨਾਹੂ ਹੈ, ਜਿਹੜਾ ਬਾਦਸ਼ਾਹ ਸ਼ਾਹਜਹਾਂ ਹੈ, ਉਹ ਲਾਹੌਰ ਦੇ ਵਿੱਚ ਟਿਕਿਆ ਸੀ। ਇੱਕ ਦਿਨ ਨਿਕਸਿਓ ਲਵਪੁਰ ਛੋਰਾ, ਕਰਕੇ ਸਦਨ ਸੁਦਾਸਰ ਓਰਾ। ਇੱਕ ਦਿਨ ਬਾਦਸ਼ਾਹ ਲਾਹੌਰ ਨੂੰ ਛੱਡ ਕੇ ਸ਼ਿਕਾਰ ਖੇਡਣ ਦੇ ਵਾਸਤੇ ਮਾਨੋ ਕਿ ਬਾਹਰ ਨਿਕਲਿਆ ਹੈ ਤੇ ਉਸ ਪਾਸੇ ਨੂੰ ਗਿਆ ਜਿਹੜੇ ਪਾਸੇ ਅੰਮ੍ਰਿਤਸਰ ਸੀ। ਕਾਨਨ ਮੈਂ ਗਨ ਜੀਵਨ ਕਾਵੇ, ਸਵਾਨਨ ਤੇ ਗਨ ਮ੍ਰਿਗਨ ਗਹਾਵੇ। ਜੰਗਲ ਦੇ ਵਿੱਚ ਜਾ ਕੇ ਬਹੁਤੇ ਸਾਰੇ ਜੀਵਾਂ ਨੂੰ ਮਾਰਿਆ ਗਿਆ, ਕੁੱਤਿਆਂ ਤੋਂ ਬਹੁਤੇ ਸਾਰੇ ਹਿਰਨ ਮਰਵਾਏ ਗਏ। ਕਰਤ ਅਖੇਰ ਆਦ ਮਗ ਆਵਾ, ਸ਼ਰਮਤ ਸ਼ਾਹ ਤਹ ਕੁਛ ਅਲਸਾਵਾ। ਕਰਦਿਆਂ ਕਰਦਿਆਂ ਕਾਫੀ ਦੂਰ ਅੱਗੇ ਜੰਗਲ ਦੇ ਵਿੱਚ ਲੰਘ ਗਿਆ। ਕਵੀ ਜੀ ਲਿਖਦੇ ਨੇ ਕਿ ਸ਼ਿਕਾਰ ਖੇਡਦਿਆਂ ਖੇਡਦਿਆਂ ਆਖਰਕਾਰ ਥੱਕ ਗਿਆ ਤੇ ਕੁਝ ਚਿਰ ਰੁਕ ਕੇ ਉਸਨੇ ਆਰਾਮ ਕਰਨਾ ਚਾਹਿਆ। ਕਾਰਿਓ ਨਵੇਸ ਨਿਸਾ ਬਿਸਰਾਮਾ, ਲਗੇ ਤਹਾਂ ਤੰਬੂ ਅਬੀਰਾਮਾ। ਸ਼ਾਹਜਹਾਂ ਬਾਦਸ਼ਾਹ ਬਹੁਤਾ ਥੱਕ ਗਿਆ, ਇਸ ਕਰਕੇ ਉਹਨੇ ਆਖਿਆ ਕਿ ਲਾਹੌਰ ਵਾਪਸ ਨਹੀਂ ਪਰਤਣਾ, ਰਾਤ ਇੱਥੇ ਹੀ ਆਰਾਮ ਕਰਾਂਗਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੰਬੂ ਤਾਣ ਦਿੱਤੇ ਗਏ ਔਰ ਮਾਨੋ ਕਿ ਥਕਾਵਟ ਲਾਉਣ ਦੇ ਵਾਸਤੇ ਮਾਨੋ ਕਿ ਜਿਹੜਾ ਬਾਦਸ਼ਾਹ ਸੀ ਨਾ, ਉਹ ਤੰਬੂ ਦੇ ਵਿੱਚ ਵਿਸ਼ਰਾਮ ਕਰਨ ਲੱਗਾ। ਬ੍ਰਿੰਦ ਬਾਹਨੀ ਉਮੜ ਤੇ ਆਈ, ਕਰ ਦੀਨਸ ਡੇਰਾ ਚਹੁਕਾਈ। ਬਹੁਤੀ ਸਾਰੀ ਜਿਹੜੀ ਫੌਜ ਸੀ ਉਹਨੇ ਵੀ ਮਾਨੋ ਕਿ ਆਲੇ ਦੁਆਲੇ ਡੇਰਾ ਲਾ ਲਿਆ ਹਿਫਾਜ਼ਤ ਦੇ ਵਾਸਤੇ। ਸਾਰਿਆਂ ਨੇ ਜੰਗਲ ਦੇ ਵਿੱਚ ਡੇਰਾ ਲਾ ਲਿਆ। ਗਜਬਾਜੀ ਨੇ ਬਣ ਮਗ ਗੇਰਾ, ਉਤਰਿਓ ਲਸ਼ਕਰ ਸ਼ਾਹੋ ਕਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਘੋੜਿਆਂ ਨੇ, ਹਾਥੀਆਂ ਨੇ ਮਾਨੋ ਕਿ ਉਸ ਵੇਲੇ ਜੰਗਲ ਨੂੰ ਮਾਨੋ ਕਿ ਲਤਾੜ ਦਿੱਤਾ ਹੈ, ਉਥਲ ਪੁਥਲ ਪੈਦਾ ਕਰ ਦਿੱਤੀ ਹੈ। ਸਾਰੇ ਜੰਗਲ ਦੇ ਵਿੱਚ ਉਤਰਿਓ ਲਸ਼ਕਰ ਸ਼ਾਹ ਕਨੇਰਾ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਾਦਸ਼ਾਹ ਦਾ ਜਿਹੜਾ ਲਸ਼ਕਰ ਸੀ ਨਾ, ਉੱਥੇ ਰੁਕਿਆ। ਗਾਨੇ ਉਮਰਾਵ ਚਮੂ ਜੁਤ ਆਏ, ਜੋ ਨਿਤ ਕਰੇ ਸਲਾਮਣ ਜਾਏ। ਜਿਹੜੇ ਮਾਨੋ ਕਿ ਵੱਡੇ ਵੱਡੇ ਉਮਰਾਵ ਸਨ, ਵੱਡੇ ਵੱਡੇ ਜਰਨੈਲ ਸਨ, ਉਹਨਾਂ ਨੂੰ ਵੀ ਬਾਦਸ਼ਾਹ ਦੇ ਰੁਕਣ ਦੀ ਖਬਰ ਪਤਾ ਲੱਗੀ। ਉਹ ਵੀ ਉੱਥੇ ਪਹੁੰਚੇ ਨੇ, ਜਾ ਕੇ ਸਲਾਮਾਂ ਅਦਾ ਕੀਤੀਆਂ। ਖਾਣ ਪਾਣ ਕਰ ਕੈ ਸਮਧਾਏ, ਸੁਪਤ ਜਥਾ ਸੁਖ ਰਾਤ ਬਿਤਾਏ। ਖਾ ਪੀ ਕੇ ਰਾਤ ਨੂੰ ਸਾਰੇ ਸੁੱਤੇ ਨੇ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ। ਭਾਈ ਪ੍ਰਾਤ ਪਿਖ ਜਾਗਿਓ ਸ਼ਾਹੂ, ਕਰਨ ਅਖੇਰ ਚਿਤਤ ਮੈਂ ਚਾਹੂ। ਜਦੋਂ ਹੀ ਕਵੀ ਜੀ ਲਿਖਦੇ ਨੇ ਅਗਲੀ ਸਵੇਰ ਹੋਈ ਤੇ ਬਾਦਸ਼ਾਹ ਦਾ ਜਿਹੜਾ ਮਨ ਹੈ ਅਜੇ ਵੀ ਸ਼ਿਕਾਰ ਖੇਡ ਕੇ ਰੱਜਿਆ ਨਹੀਂ ਹੈ। ਉਹਨੇ ਮਨ ਦੇ ਵਿੱਚ ਦੁਬਾਰਾ ਸ਼ਿਕਾਰ ਖੇਡਣ ਦੀ ਚਾਹ ਕੀਤੀ। ਗਨ ਚੀਤੇ ਅਰ ਸਵਾਨ ਬਿਸਾਲੇ, ਭਖਿਅਤ ਆਮਕ ਕ੍ਰਿਤ ਬਲ ਵਾਲੇ। ਮਾਨੋ ਕਿ ਬਹੁਤੇ ਸਾਰੇ ਚੀਤੇ, ਵੱਡੇ ਵੱਡੇ ਮਾਨੋ ਕਿ ਕੁੱਤੇ, ਜਿਹੜੇ ਕਿ ਮਾਸ ਤੇ ਘਿਓ ਖਾ ਕੇ ਬੜੇ ਪਲੇ ਹੋਏ ਸਨ, ਉਹਨਾਂ ਨੂੰ ਨਾਲ ਲੈ ਕੇ ਫੇਰ ਸ਼ਿਕਾਰ ਖੇਡਣਾ ਸ਼ੁਰੂ ਕੀਤਾ।
निकट सुधा सर पहुंचे आए, कोस 6-7 सुरहगी थाए। ਅੱਗੇ ਦੇ ਅੱਗੇ ਸ਼ਿਕਾਰ ਖੇਡਦਾ ਬਾਦਸ਼ਾਹ ਚਲਾ ਗਿਆ। ਕਵੀ ਜੀ ਲਿਖਦੇ ਨੇ ਕਿ ਮਾਨੋ ਅੰਮ੍ਰਿਤਸਰ ਦੇ ਇੰਨਾ ਲਾਗੇ ਆ ਗਿਆ ਕਿ ਜਿੱਥੋਂ ਅੰਮ੍ਰਿਤਸਰ ਸਿਰਫ 6-7 ਕੋਹਾਂ ਦੀ ਦੂਰੀ ਤੇ ਸੀ। ਇਤ ਤੇ ਸਤਿਗੁਰ ਚਾਹਿਓ ਅਖੇਰੇ, ਬਲੀ ਤੁਰੰਗ ਮੰਗਾਇਓ ਨੇਰੇ। ਇੱਕ ਪਾਸੇ ਬਾਦਸ਼ਾਹ ਸ਼ਿਕਾਰ ਖੇਡ ਰਿਹਾ ਜੰਗਲ ਦੇ ਵਿੱਚ, ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵੀ ਸ਼ਿਕਾਰ ਖੇਡਣ ਦੀ ਚਾਹ ਪੈਦਾ ਕੀਤੀ ਤੇ ਬਲੀ ਤੁਰੰਗ ਨੂੰ, ਬਲੀ ਘੋੜੇ ਨੂੰ ਕੋਲ ਮੰਗਾਇਆ। ਗਨ ਸੁਪਟਨ ਕੋ ਸੁਧ ਜਬ ਹੋਈ, ਭਏ ਤਿਆਰ ਤੂਰਨ ਸਭ ਕੋਈ। ਜਦੋਂ ਸਤਿਗੁਰਾਂ ਦੇ ਸ਼ਿਕਾਰ ਜਾਣ ਦੀ ਖਬਰ ਸਾਰਿਆਂ ਸੂਰਮਿਆਂ ਨੂੰ ਲੱਗੀ ਹੈ, ਉਸ ਵੇਲੇ ਮੰਨੋ ਕਿ ਸਾਰੇ ਸ਼ਸਤਰਧਾਰੀ ਸੂਰਮੇ ਵੀ ਤਿਆਰੀ ਕਰਨ ਲੱਗੇ। ਹਾਏ ਨਜ਼ੀਨ ਪਾਏ ਤਤਕਾਲਾ, ਵਸਤਰ ਸ਼ਸਤਰ ਸਭ ਧਰੇ ਬਿਸਾਲਾ। ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ, ਬੜੀ ਕਾਹਲੀ ਦੇ ਨਾਲ, ਬੜੀ ਸ਼ੀਘਰਤਾ ਦੇ ਨਾਲ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਲਿਆ। ਚੜੇ ਤੁਰੰਗ ਸਤਿਗੁਰੂ ਟਿਗ ਆਏ, ਨਿਜ ਕੰਦਨ ਬੰਦੂਕ ਟਿਕਾਏ। ਸ਼ਸਤਰਧਾਰੀ ਯੋਧੇ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਕੋਲ ਆ ਗਏ ਨੇ, ਜਿਨ੍ਹਾਂ ਨੇ ਆਪਣੇ ਮੋਢਿਆਂ ਦੇ ਉੱਤੇ ਬੰਦੂਕਾਂ ਟੰਗੀਆਂ ਨੇ। ਕਿਹ ਤੋਮਰ ਕਿਹ ਗਹੀ ਕਮਾਨ, ਇਸ ਪ੍ਰਕਾਰ ਹੋਏ ਸਾਵਧਾਨ। ਕਿਸੇ ਨੇ ਬੰਦੂਕ ਫੜੀ ਹੈ, ਕਿਸੇ ਨੇ ਵੱਡੀ ਬਰਛੀ ਫੜੀ ਹੈ, ਕਿਸੇ ਨੇ ਕਮਾਨ ਨੂੰ ਧਾਰਨ ਕੀਤਾ ਹੈ। ਇਸ ਤਰੀਕੇ ਦੇ ਨਾਲ ਮਾਨੋ ਕਿ ਵੱਖੋ ਵੱਖਰੇ ਜਿਹੜੇ ਹਥਿਆਰ ਨੇ ਨਾ, ਉਹ ਸਾਰਿਆਂ ਨੇ ਧਾਰਨ ਕੀਤੇ ਨੇ ਔਰ ਜਾਣ ਦੇ ਵਾਸਤੇ ਤਿਆਰ ਨੇ। ਸਤਿਗੁਰ ਗਰੇ ਖੜਗ ਕੋ ਪਾਏ, ਤਰ ਤਰ ਕਛ ਕਟ ਕਸੀ ਸੁਹਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਨੂੰ ਸਜਾਇਆ ਹੈ ਔਰ ਮਾਨੋ ਕਿ ਤੀਰਾਂ ਦਾ ਪੱਥਾ ਮੋਢੇ ਦੇ ਨਾਲ ਬੰਨਿਆ। ਕੰਦੇ ਧਨਖ ਕਠੋਰ ਕਰਾਲਾ, ਭਏ ਤਿਆਰ ਸਤਿਗੁਰੂ ਤਤ ਕਾਲਾ। ਮਾਨੋ ਕਿ ਕਮਰ ਕਸਾ ਲਾ ਕੇ ਸਤਿਗੁਰੂ ਜੀ ਤਿਆਰ ਹੋਏ ਨੇ, ਮੋਢੇ ਦੇ ਉੱਤੇ ਕਠੋਰ ਭਿਆਨਕ ਧਨੁਸ਼ ਨੂੰ ਟੰਗਿਆ ਹੈ। ਸਤਿਗੁਰੂ ਜੀ ਉਸ ਵੇਲੇ ਜਾਣ ਦੇ ਵਾਸਤੇ ਤਿਆਰ ਹੋਏ। ਚੰਚਲ ਬਲੀ ਕੁਮੈਤ ਸੁਬਾਜ, ਆਰੋਹੇ ਗਹਿ ਕਰ ਧਰ ਬਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਮਾਨੋ ਕਿ ਬੜਾ ਚੰਚਲ ਤੇ ਬੜਾ ਤਾਕਤ ਵਾਲਾ ਜਿਹੜਾ ਕੁਮੈਤ ਘੋੜਾ ਸੀ, ਉਸ ਨੂੰ ਮੰਗਾਇਆ ਗਿਆ। ਲਾਲ ਰੰਗ ਦੇ ਵਿੱਚ ਜੇਕਰ ਕਾਲਾ ਰੰਗ ਮਿਲਾਇਆ ਜਾਵੇ ਤੇ ਜਿਹੜਾ ਉਹ ਰੰਗ ਬਣਦਾ ਹੈ ਨਾ, ਉਹਨੂੰ ਲਾਖਾ ਰੰਗ ਕਹਿੰਦੇ ਨੇ। ਉਸ ਘੋੜੇ ਦਾ ਕਵੀ ਜੀ ਲਿਖਦੇ ਨੇ ਲਾਖਾ ਰੰਗ ਸੀ। ਕਈ ਵਿਦਵਾਨ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ, ਪਰ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਘੋੜੇ ਦਾ ਨਾਂ ਕੁਮੈਤ ਸੀ, ਪਰ ਦਰਅਸਲ ਸਤਿਗੁਰਾਂ ਦੇ ਘੋੜੇ ਦਾ ਨਾਂ ਕੁਮੈਤ ਨਹੀਂ ਸੀ, ਉਹ ਲਾਖੇ ਰੰਗ ਦਾ ਸੀ। ਇਸ ਕਰਕੇ ਉਹਨੂੰ ਕੁਮੈਤ ਆਖਿਆ ਜਾਂਦਾ ਸੀ। ਕੁਮੈਤ ਉਸ ਨੂੰ ਆਖਿਆ ਜਾਂਦਾ ਜਿਹੜਾ ਮਾਨੋ ਕਿ ਲਾਖੇ ਰੰਗ ਦਾ ਘੋੜਾ ਹੋਵੇ। ਵਿਦਵਾਨਾਂ ਦੇ ਇੱਥੇ ਬਹੁਤ ਸਾਰੇ ਮਤ ਨੇ, ਕਈ ਘੋੜੇ ਦਾ ਨਾਂ ਵੀ ਕੁਮੈਤ ਲਿਖਦੇ ਨੇ, ਪਰ ਕਈ ਉਸ ਰੰਗ ਦੇ ਬਾਰੇ ਵੀ ਕਹਿੰਦੇ ਨੇ। ਹੁਣ ਕਵੀ ਜੀ ਨੇ ਲਿਖਿਆ ਚੰਚਲ ਬਲੀ ਕੁਮੈਤ ਸੁਬਾਜ, ਉਹ ਜਿਹੜਾ ਬੜਾ ਚੰਚਲ ਤੇ ਤਾਕਤ ਵਾਲਾ ਕੁਮੈਤ ਸੀ ਘੋੜਾ, ਉਸ ਨੂੰ ਸਤਿਗੁਰਾਂ ਨੇ ਕੋਲ ਮੰਗਾਇਆ। ਸਤਿਗੁਰੂ ਜੀ ਉਸ ਘੋੜੇ ਦੀ ਅਸਵਾਰੀ ਕਰ ਗਏ। ਦੋਏ ਤ੍ਰੈ ਕੋਸ ਫਿਰੇ ਬਨ ਗਾਹਤ, ਹਨਬੇ ਸੂਕਰ ਸਸੇ ਉਮਾਹਤ। 2-3 ਕੋਹਾਂ ਦੀ ਦੂਰੀ ਦੇ ਵਿੱਚ ਫਿਰ ਕੇ ਮਾਨੋ ਕਿ ਬਹੁਤਾ ਹੀ ਜ਼ਿਆਦਾ ਜੰਗਲ ਨੂੰ ਲਤਾੜਿਆ, ਜੰਗਲ ਨੂੰ ਗਾਇਆ ਤੇ ਬਹੁਤੇ ਸਾਰੇ ਸੂਰ ਤੇ ਜਿਹੜੇ ਸਹਿ ਸਨ ਉਹਨਾਂ ਨੂੰ ਮਾਰੇ। ਆਗਾ ਸ਼ਾਹ ਜਹਾਂ ਕੋ ਜਹਾਂ, ਸ੍ਰੀ ਹਰ ਗੋਬਿੰਦ ਗਮਨੇ ਤਹਾਂ। ਮਾਨੋ ਕਿ ਜਿਹੜੇ ਪਾਸਿਓਂ ਸ਼ਿਕਾਰ ਖੇਡਦਾ ਖੇਡਦਾ ਬਾਦਸ਼ਾਹ ਇੱਧਰ ਨੂੰ ਆ ਰਿਹਾ ਸੀ, ਸਬਬ ਦੇ ਨਾਲ ਸਤਿਗੁਰੂ ਜੀ ਵੀ ਸ਼ਿਕਾਰ ਖੇਡਦੇ ਖੇਡਦੇ ਉਸ ਪਾਸੇ ਜਾ ਰਹੇ ਸਨ ਜਿੱਥੇ ਕਿ ਬਾਦਸ਼ਾਹ ਸੀ। ਮਾਨੋ ਕਿ ਚਲਦਿਆਂ ਚਲਦਿਆਂ ਹੁਣ ਬਾਦਸ਼ਾਹ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਸਿਰਫ 4 ਕੋਹ ਦੀ ਦੂਰੀ ਦਾ ਫਰਕ ਰਹਿ ਗਿਆ। ਕਵੀ ਜੀ ਲਿਖਦੇ ਨੇ, ਤੀਤਰ ਲਵਾ ਬਟੇਰ ਸੰਘਾਰੇ, ਸੂਕਰ ਸਸੇ ਬਿਲੋਕ ਪ੍ਰਹਾਰੇ। ਮਾਨੋ ਕਿ ਬਟੇਰੇ ਦੀ ਤਰ੍ਹਾਂ ਦਾ ਇੱਕ ਪੰਛੀ ਹੈ ਜਿਹਨੂੰ ਲਵਾ ਵੀ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ, ਬਹੁਤਿਆਂ ਸਾਰਿਆਂ ਤਿੱਤਰਾਂ ਨੂੰ, ਲਵਿਆਂ ਨੂੰ, ਬਟੇਰਿਆਂ ਨੂੰ ਔਰ ਸੂਰਾਂ ਨੂੰ ਤੇ ਜਿਹੜੇ ਖਰਗੋਸ਼ ਨੇ ਉਹਨਾਂ ਨੂੰ ਪ੍ਰਹਾਰਿਆ, ਉਹਨਾਂ ਨੂੰ ਮਾਰਿਆ।
एत्योत फिरे धरावत घोरे, दूर दूर लग कानन टोरे। इधर उधर मानो के सारिया ने बहुत सारे घोड़े दौड़ाए ने, दूर दूर तक मानो के ਜਿਹੜੇ ਘੋੜੇ ਸੀ ਨਾ ਉਹ ਜੰਗਲ ਦੇ ਵਿੱਚ ਫੇਰੇ। ਹਾਇਨ ਪਲਾਵਤ ਪਾਛੇ ਪਰ, ਮ੍ਰਿਗਨ ਥਕਾਏ ਜੀਅਤ ਕੋ ਧਰੈ। ਘੋੜਿਆਂ ਨੂੰ ਭਜਾ ਭਜਾ ਕੇ ਮਾਨੋ ਕਿ ਜਿਹੜੇ ਅੱਗੇ ਹਿਰਨ ਭੱਜ ਰਹੇ ਹੁੰਦੇ ਸਨ ਉਹਨਾਂ ਨੂੰ ਥਕਾ ਥਕਾ ਕੇ ਜਿਉਂਦਿਆਂ ਹੀ ਫੜ ਲਿਆ ਜਾਂਦਾ ਸੀ। ਇਸ ਤਰ੍ਹਾਂ ਦੇ ਕੌਤਕ ਵੀ ਸਤਿਗੁਰਾਂ ਨੇ ਕੀਤੇ। ਸ਼ਰਾਮਤ ਭਏ ਸ੍ਰੀ ਹਰਗੋਬਿੰਦ, ਕਰੇ ਅਖੇਰ ਬ੍ਰਿਤੀ ਹੱਥ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਖਰਕਾਰ ਸ਼ਿਕਾਰ ਖੇਡਦਿਆਂ ਖੇਡਦਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਥੱਕ ਗਏ ਔਰ ਉਹਨਾਂ ਨੇ ਮਾਨੋ ਕਿ ਸ਼ਿਕਾਰ ਦੀ ਬਿਰਤੀ ਨੂੰ ਛੱਡਿਆ ਤੇ ਆਰਾਮ ਕਰਨਾ ਚਾਹਿਆ। ਵਿਧੀਏ ਸੋ ਬੋਲੇ ਬਹੁ ਫਿਰੇ, ਆਦਿਕ ਤੁਰੰਗ ਤਵਾਵਨ ਕਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਧੀ ਚੰਦ ਨੂੰ ਕਹਿੰਦੇ ਨੇ ਬਹੁ ਫਿਰੇ, ਕਹਿੰਦੇ ਨੇ ਭਾਈ ਵਿਧੀ ਚੰਦ ਬੜਾ ਫਿਰ ਲਿਆ ਹੈ, ਬੜਾ ਸ਼ਿਕਾਰ ਖੇਡ ਰਿਹਾ ਹੈ, ਹੁਣ ਅਸੀਂ ਥੱਕ ਗਏ ਹਾਂ, ਹੁਣ ਅਸੀਂ ਚਾਹੁੰਦੇ ਹਾਂ ਕਿ ਥੋੜਾ ਆਰਾਮ ਕੀਤਾ ਜਾਵੇ। ਸ਼ਰਾਮਤ ਭਏ ਇੱਕ ਛਾਮ ਨਿਹਾਰੋ, ਉਤਰੈ ਤਹਾਂ ਸੋ ਸ਼ਰਮ ਨਿਰਵਾਰੋ। हे ਭਾਈ ਵਿਧੀ ਚੰਦ ਥੱਕ ਗਏ ਹਾਂ, ਇਸ ਕਰਕੇ ਮਾਨੋ ਕਿ ਛਾਂ ਸੰਘਣੀ ਵਾਲੀ ਕੋਈ ਜਗ੍ਹਾ ਲੱਭੋ, ਉਸ ਛਾਂ ਦੇ ਥੱਲੇ ਬੈਠ ਕੇ ਅਸੀਂ ਆਰਾਮ ਕਰੀਏ, ਆਪਣੀ ਥਕਾਵਟ ਨੂੰ ਲਾਈਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਧੀ ਚੰਦ ਨੂੰ ਇਸ ਤਰ੍ਹਾਂ ਹੁਕਮ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार, हे निर्गुण सब टेक। हे गोबिंद हे गुण निदान, जाकै सदा विवेक। हे अपरंपर हर हरे, है पी होवनहार। हे संतः कै सदा संग ने धारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो हिय परोय। याही कुल ते प्रगट होय, ताही कुल को नाम। पुन द्वादश गुरिंड कहो, मेरी है प्रणाम।